ਪ੍ਰੋਗਰਾਮ ਫਾਈਨੈਂਸ਼ੀਅਲ ਟਾਕ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਨਿਰਲੇਪ ਗਿੱਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਅਸੀਂ ਇਸ ਪ੍ਰੋਗਰਾਮ ਵਿੱਚ ਫਾਈਨੈਂਸ ਨਾਲ ਰਿਲੇਟਡ ਗੱਲਾਂ ਬਾਤਾਂ ਕਰਦੇ ਹਾਂ। ਫਾਈਨੈਂਸ ਜਿਹੜੀ ਆ ਉਹਦੀ ਪਲਾਨਿੰਗ ਕਿਸ ਤਰ੍ਹਾਂ ਕਰਨੀ ਆ ਉਹਦੇ ਬਾਰੇ ਗੱਲਾਂ ਬਾਤਾਂ ਕਰਦੇ ਹਾਂ। ਔਰ ਇੰਸ਼ੋਰੈਂਸਿਸ ਕਾਫੀ ਜਿਹੜਾ ਬਾਹਰ ਆਪਾਂ ਮਾਰਕੀਟ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਏਜੰਟ ਨੇ, ਬਹੁਤ ਸਾਰੀਆਂ ਕੰਪਨੀਆਂ ਨੇ ਕੰਮ ਕਰ ਰਹੀਆਂ ਔਰ ਸਾਨੂੰ ਇੰਸ਼ੋਰੈਂਸ ਬਾਰੇ ਥੋੜ੍ਹੀ ਬਹੁਤੀ ਜਾਣਕਾਰੀ ਹੈ ਜਿਹੜੀ ਉਹਦੇ ਵਿੱਚ ਤੁਹਾਡਾ ਵਾਧਾ ਕਰਨ ਵਾਸਤੇ ਅਸੀਂ ਇਹ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਔਰ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਵਿਸ਼ਾ ਮਾਹਰ ਬਲਜੀਤ ਢੀਂਡਸਾ ਜੀ ਸ਼ਾਮਲ ਹੁੰਦੇ ਆ। ਆਓ ਪਹਿਲਾਂ ਉਹਨਾਂ ਦਾ ਕਰਦੇ ਹਾਂ ਸਵਾਗਤ ਤੇ ਫਿਰ ਉਹਨਾਂ ਨਾਲ ਕਰਦੇ ਹਾਂ ਗੱਲਬਾਤ। ਬਲਜੀਤ ਜੀ, ਪ੍ਰੋਗਰਾਮ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਥੈਂਕ ਯੂ ਜੀ। ਮੇਰੇ ਵੱਲੋਂ ਵੀ ਸਾਰੇ ਵਿਊਅਰਸ ਨੂੰ ਗੁੱਡ ਆਫਟਰਨੂਨ ਜੀ। ਬਲਜੀਤ ਜੀ, ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿ ਆਪਾਂ ਜਿਹੜੀਆਂ ਫਾਈਨੈਂਸ ਨਾਲ ਰਿਲੇਟਡ ਜਾਂ ਫਾਈਨੈਂਸ ਪਲਾਨਿੰਗ ਜਿਹੜੀ ਹੈਗੀ ਆ ਉਹਦੇ ਬਾਰੇ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਸੋ ਅੱਜ ਆਪਾਂ ਗੱਲਬਾਤ ਕਰਾਂਗੇ ਲਾਈਫ ਇੰਸ਼ੋਰੈਂਸ ਬਾਰੇ। ਔਰ ਜਿਹੜੀ ਲਾਈਫ ਇੰਸ਼ੋਰੈਂਸ ਆ ਇਹ ਕਿਸ ਤਰ੍ਹਾਂ ਯਾਨੀ ਇਹ ਪਲੇ ਕਰਦੀ ਆ ਰੋਲ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਜਾਂ ਇੱਕ ਪਰਿਵਾਰ ਦੇ ਵਿੱਚ, ਕਿਸ ਤਰ੍ਹਾਂ ਇਹ ਆਪਾਂ ਕਹਿ ਸਕਦੇ ਹਾਂ ਕਿ ਕਿਸ ਨਜ਼ਰੀਏ ਨਾਲ ਸਾਨੂੰ ਦੇਖਣਾ ਚਾਹੀਦਾ। ਕਿਉਂਕਿ ਬਹੁਤ ਸਮਾਂ ਪਹਿਲਾਂ ਜਦੋਂ ਇੰਸ਼ੋਰੈਂਸ ਹੋਣ ਦੇ ਵਿੱਚ ਆਈ ਸੀ ਜਾਂ ਜਦੋਂ ਅਸੀਂ ਇਸ ਕੰਟਰੀ ਦੇ ਵਿੱਚ ਮਾਈਗਰੇਟ ਹੋ ਕੇ ਆਏ ਸੀਗੇ ਤੇ ਜਦੋਂ ਇੰਸ਼ੋਰੈਂਸ ਏਜੰਟ ਤੁਹਾਡੇ ਨਾਲ ਗੱਲਬਾਤ ਕਰਦਾ ਸੀ ਤਾਂ ਉਹ ਇੱਕ ਜਿਹੜਾ ਟਰਮਨੋਲੋਜੀ ਉਹਨਾਂ ਦੀ ਯੂਜ਼ ਹੁੰਦੀ ਕਿ ਜਦੋਂ ਤੁਹਾਡੀ ਡੈਥ ਹੋਈ ਤਾਂ ਉਸ ਚੀਜ਼ ਤੋਂ ਆਪਣੀ ਜਿਹੜੀ ਕਮਿਊਨਿਟੀ ਸੀਗੀ ਉਹ ਸ਼ੁਰੂਆਤੀ ਦਿਨਾਂ ਦੀ ਮੈਂ ਗੱਲ ਕਰਦਾ, ਉਦੋਂ ਬੜਾ ਮੁਸ਼ਕਿਲ ਸੀਗਾ ਇਸ ਚੀਜ਼ ਸੁਣਨਾ ਕਿ ਵੀ ਇਹ ਤੁਸੀਂ ਕਿਉਂ ਇਹੋ ਜਿਹੀਆਂ ਗੱਲਾਂ ਕਰਦੇ ਹੋ। ਪਰ ਹੁਣ ਜੇ ਆਪਾਂ ਦੇਖਿਆ ਜਾਵੇ ਕਾਫੀ ਜਿਹੜੀ ਆ ਮੈਚਿਓਰਿਟੀ ਆਈ ਆ ਆਪਣੇ ਕਮਿਊਨਿਟੀ ਦੇ ਵਿੱਚ ਔਰ ਇਹ ਸਾਰੀਆਂ ਗੱਲਾਂ ਜਿਹੜੀਆਂ ਕਿਉਂਕਿ ਕਾਫੀ ਸਮਾਂ ਹੋ ਗਿਆ ਰਹਿੰਦਿਆਂ ਨੂੰ ਆਪਾਂ ਇੱਥੇ ਔਰ ਇਹ ਚੀਜ਼ਾਂ ਫਿਰ ਆਪਾਂ ਨੂੰ ਫੇਸ ਕਰਨੀਆਂ ਪਈਆਂ। ਜਦੋਂ ਇੰਸ਼ੋਰੈਂਸ ਨਹੀਂ ਹੁੰਦੀ ਉਦੋਂ ਫਿਰ ਪਰਿਵਾਰ ਦਾ ਕੀ ਹਾਲ ਹੁੰਦਾ, ਜਿਹੜੇ ਪਿੱਛੇ ਤੁਹਾਡੇ ਲਵਡ ਵਨ ਰਹਿ ਜਾਂਦੇ ਨੇ। ਸੋ ਕੀ ਰੋਲ ਪਲੇ ਕਰਦੀ ਹੈ ਇਹ ਇੰਸ਼ੋਰੈਂਸ ਜਿਹੜੀ ਹੈਗੀ ਆ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਜਾਂ ਇੱਕ ਪਰਿਵਾਰ ਦੇ ਜੇ ਆਪਾਂ ਦੇਖ ਲਈਏ ਸਟਰਕਚਰ ਦੇ ਵਿੱਚ? ਹਾਂਜੀ, ਜਿੱਦਾਂ ਤੁਸੀਂ ਮੈਂਸ਼ਨ ਕੀਤਾ ਭਾਜੀ ਵੀ ਜਿਹੜੀ ਇੰਸ਼ੋਰੈਂਸ ਆ ਕਾਫੀ ਅਵੇਅਰਨੈਸ ਆਪਣੀ ਕਮਿਊਨਿਟੀ ਦੇ ਵਿੱਚ ਹੈਗੀ ਆ। ਉਹਦਾ ਕਹਿ ਲਓ ਵੀ ਆਪਣੇ ਐਡਵਾਈਜ਼ਰ ਜਿਹੜੇ ਆ ਡਿਫਰੈਂਟ ਰੇਡੀਓ 'ਤੇ ਆਣ ਕੇ ਜਾਂ ਕਹਿ ਲਓ ਵੀ TV 'ਤੇ ਆਣ ਕੇ ਆਪਾਂ ਨੂੰ ਜਾਣਕਾਰੀ ਦਿੰਦੇ ਆ। ਜਿੱਦਾਂ ਆਪਾਂ ਵੀ ਦੇਖ ਲਓ ਵੀ ਹੁਣ ਪਿਛਲੇ 50 ਸਾਲਾਂ ਤੋਂ ਆਪਾਂ ਹਮੇਸ਼ਾ ਹੀ ਸ਼ੋਅ ਕਰਦੇ ਹਾਂ ਜਿਹਦੇ ਵਿੱਚ ਆਪਾਂ ਕਾਫੀ ਸਾਰੀ ਇਨਫੋਰਮੇਸ਼ਨ ਜਿਹੜੀ ਆ ਇੰਸ਼ੋਰੈਂਸ ਰਿਲੇਟਡ, ਫਾਈਨੈਂਸ਼ੀਅਲ ਪਲੈਨਿੰਗ, ਇਨਵੈਸਟਮੈਂਟ ਬਾਰੇ ਜਾਂ ਬੱਚਿਆਂ ਦੀ ਐਜੂਕੇਸ਼ਨ ਲੈ ਕੇ ਆਪਾਂ ਹਮੇਸ਼ਾ ਹੀ ਗੱਲ ਕਰਦੇ ਹਾਂ, ਜਿਹਦੇ ਵਿੱਚ ਆਪਾਂ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਵੀ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ। ਹੁਣ ਜਦੋਂ ਆਪਾਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਸੋ ਲਾਰ ਕੈਨੇਡੀਅਨਸ ਆਪਾਂ ਕਹਿ ਸਕਦੇ ਹਾਂ ਯੂਜ਼ਲੀ ਅਗਰੀ ਆ ਵੀ ਜਿਹੜੇ ਆਪਣੀ ਲਾਈਫ ਇੰਸ਼ੋਰੈਂਸ ਆ ਉਸ ਨੂੰ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਜਦੋਂ ਆਪਾਂ ਕਰਦੇ ਹਾਂ ਜ਼ਰੂਰ ਉਹਦਾ ਪਾਰਟ ਬਣਾਈਏ। ਜਿੱਦਾਂ ਤੁਸੀਂ ਮੈਂਸ਼ਨ ਕੀਤਾ ਵੀ ਐਟ ਦਾ ਬਿਗਿਨਿੰਗ ਇਟ ਵਾਸ ਲਾਈਕ ਯੂ ਨੋ ਵਾਟ ਬਿਕਾਜ਼ ਡੈਥ ਬਾਰੇ ਆਪਾਂ ਕੋਈ ਵੀ ਨਹੀਂ ਸੋਚਣਾ ਚਾਹੁੰਦਾ ਹੈਗਾ, ਪਰ ਇਹ ਕਿਸਮ ਦੀ ਜੀਵਨ ਦੀ ਸੱਚਾਈ ਆਪਾਂ ਕਹਿ ਸਕਦੇ ਹਾਂ ਰਾਈਟ ਕਿ ਇਹਦੇ ਨਾਲ ਆਪਾਂ ਨੂੰ ਬੇਸਿਕਲੀ ਜਦੋਂ ਆਪਾਂ ਇੰਸ਼ੋਰੈਂਸ ਕਰਦੇ ਹਾਂ ਤੇ ਆਪਾਂ ਟਰਾਈ ਕਰਦੇ ਹਾਂ ਸੋ ਨੈਕਸਟ ਮੇ ਬੀ 40 years 50 years and sometime even 100 years ਆਪਾਂ ਜਿੱਦਾਂ ਪਿਕਚਰ ਦੇ ਵਾਂਗੂ ਜਾਂ ਕਹਿ ਲਓ ਫਿਲਮ ਦੀ ਤਰ੍ਹਾਂ ਆਪਾਂ ਉਹਨਾਂ ਦੀ ਜਿਹੜੀ ਲਾਈਫ ਹੈ ਨਾ ਉਹ ਟਰਾਈ ਕਰਦੇ ਹਾਂ ਸ਼ੋਅ ਕਰਨ ਦੀ। ਤੇ ਜੋ ਵੀ ਉਹਨਾਂ ਦੇ ਡ੍ਰੀਮ ਆ, ਜੋ ਵੀ ਉਹਨਾਂ ਦੇ ਗੋਲ ਆ, ਆਪਾਂ ਟਰਾਈ ਕਰਦੇ ਹਾਂ ਐਜ਼ ਐਡਵਾਈਜ਼ਰ ਆਪਾਂ ਉਹਨਾਂ ਦੇ ਗੋਲ ਜਿਹੜੇ ਆ ਉਹਨਾਂ ਨੂੰ ਮੀਟ ਕਰੀਏ ਜਾਂ ਉਹਨਾਂ ਦੇ ਗੋਲ ਜਿਹੜੇ ਆ ਲਾਈਫ ਦੇ ਫਾਈਨੈਂਸ਼ੀਅਲ ਪਲੈਨਿੰਗ ਨੂੰ ਲੈ ਕੇ ਆਪਾਂ ਚੰਗੀ ਤਰ੍ਹਾਂ ਉਹਨਾਂ ਨੂੰ ਜਾਣਕਾਰੀ ਦੇ ਦਈਏ ਤੇ ਉਹਨਾਂ ਨੂੰ ਪ੍ਰਪੇਅਰ ਕਰ ਦਈਏ ਵੀ ਹਾਂ ਅਗਰ ਆਪਣੀ ਲਾਈਫ ਦੇ ਵਿੱਚ ਕੋਈ ਇੱਦਾਂ ਦਾ ਅਨਹੈਪਨ ਹੋ ਜਾਂਦਾ ਆ, ਅਨਟਾਈਮਲੀ ਡੈਥ ਹੋ ਜਾਂਦੀ ਆ ਕਿਸੇ ਪਰਿਵਾਰ ਮੈਂਬਰ ਦੀ, ਤੇ ਆਪਾਂ ਉਹਦੇ ਨਾਲ ਫਾਈਨੈਂਸ਼ਲੀ ਕਿਵੇਂ ਡੀਲ ਕਰਨਾ ਆ। ਸੋ ਇਹਦੇ ਵਿੱਚ ਹੁਣ ਜਿੱਦਾਂ ਆਪਾਂ ਕਹਿ ਲਓ ਵੀ ਆਪਣੀ ਕਮਿਊਨਿਟੀ ਕਹਿ ਲਓ ਜਾਂ ਹੋਰ ਵੀ ਆਪਾਂ ਕੈਨੇਡੀਅਨ ਬਾਰੇ ਗੱਲ ਜੇ ਕਰੀਏ ਤਾਂ ਆਪਾਂ ਹਮੇਸ਼ਾ ਹੀ ਕਹਿੰਦੇ ਆ ਵੀ ਜਿਹੜੀ ਇੰਸ਼ੋਰੈਂਸ ਆ there's a lot of advisor, a lot of companies, ਪਰ ਉਹਦੇ ਨਾਲ ਭਾਜੀ lot of product right? So ਬਹੁਤ ਸਾਰੀ ਕਨਫਿਊਜ਼ਨ ਆਉਂਦੀ ਆ। ਕਈ ਵਾਰੀ ਆਪਾਂ ਨੂੰ ਕੁਐਸਚਨ ਕੀਤੇ ਜਾਂਦੇ ਆ ਜਦੋਂ ਇੰਸ਼ੋਰੈਂਸ ਖਰੀਦਦੇ ਆ ਵੀ ਕਈ ਵਾਰੀ ਮਨ ਦੇ ਵਿੱਚ ਇਹ ਹੁੰਦਾ ਆ ਕਿ ਜਿਹੜਾ ਐਡਵਾਈਜ਼ਰ ਪ੍ਰੋਡਕਟ ਸੈੱਲ ਕਰ ਰਿਹਾ ਆ ਬੈਨੀਫਿਟ ਉਸ ਪਰਸਨ ਨੂੰ ਹੋ ਰਿਹਾ ਆ। ਸੋ ਇਹ ਮੈਂ ਇੱਥੇ ਕਲੀਅਰ ਕਰਨਾ ਚਾਹੁੰਦੀ ਹਾਂ, ਜਦੋਂ ਵੀ ਤੁਸੀਂ ਇੰਸ਼ੋਰੈਂਸ ਲੈਣੀ ਚਾਹੁੰਦੇ ਆ ਉਹਦੇ ਵਿੱਚ ਆਪਾਂ ਅੱਜ ਕਵਰ ਕਰਾਂਗੇ ਵੀ ਤੁਹਾਨੂੰ ਇੰਸ਼ੋਰੈਂਸ ਲੈਣੀ ਕਿਉਂ ਚਾਹੀਦੀ ਆ, ਕਦੋਂ ਲੈਣੀ ਚਾਹੀਦੀ ਇੰਸ਼ੋਰੈਂਸ, ਇੰਸ਼ੋਰੈਂਸ ਦੀ ਲੋੜ ਕਿਉਂ ਆ,
ਤੇ ਆਪਾਂ ਜਿਹੜੀ ਕਾਸਟ ਆ ਉਸ ਨੂੰ ਕਿਵੇਂ ਆਪਾਂ ਥੋੜਾ ਜਿਹਾ ਕਾਸਟ ਇਫੈਕਟਿਵ ਵੇ ਰੱਖ ਸਕਦੇ ਆ ਤੇ ਕਿਹੜੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਚਾਹੀਦੀ ਆ। ਸੋ ਟੁਡੇ ਆਪਾਂ ਜਿੱਦਾਂ ਪਲੇਨ ਲੈਂਗੁਏਜ ਦੇ ਵਿੱਚ ਆਪਣੇ ਵਿਊਅਰਸ ਨੂੰ ਐਕਸਪਲੇਨ ਕਰਾਂਗੇ ਵਜੀ ਵੀ ਇੰਸ਼ੋਰੈਂਸ ਹੈ ਕੀ। ਜੀ ਬਿਲਕੁਲ, ਮੇਰਾ ਅਗਲਾ ਕੁਐਸਚਨ ਵੀ ਇਹੀ ਸੀਗਾ ਕਿ ਸਾਨੂੰ ਜਿਹੜੀ ਇੰਸ਼ੋਰੈਂਸ ਹੈਗੀ ਹੈ, ਜੇ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਕਿੰਨੀ ਲੈਣੀ ਚਾਹੀਦੀ ਆ ਤੇ ਕਦੋਂ ਲੈਣੀ ਚਾਹੀਦੀ ਹੈ, ਕਿਸ ਏਜ ਦੇ ਵਿੱਚ ਆਪਾਂ ਸਟਾਰਟ ਕਰੀਏ ਤੇ ਕਿੰਨੀ ਮਾਤਰਾ ਦੇ ਵਿੱਚ ਜਿਹੜੀ ਆਪਾਂ ਨੂੰ ਉਹ ਕਿਸ ਤਰ੍ਹਾਂ ਕੈਲਕੂਲੇਸ਼ਨ ਕੀਤਾ ਜਾ ਸਕਦਾ, ਜਾਂ ਜਦੋਂ ਤੁਸੀਂ ਕਲਾਇੰਟ ਦੇ ਨਾਲ ਬੈਠਦੇ ਹੋ ਕਿਸ ਤਰ੍ਹਾਂ ਕੈਲਕੂਲੇਟ ਕਰਦੇ ਹੋ ਕਿ ਤੁਹਾਨੂੰ ਜਿਹੜੀ ਹੈਗੀ ਇੰਨੀ ਇੰਸ਼ੋਰੈਂਸ ਲੈ ਲੈਣੀ ਚਾਹੀਦੀ ਆ, ਜਾਂ ਜੇ ਫਿਊਚਰ ਪਲਾਨ ਵੀ ਹੈਗੇ ਤਾਂ ਉਹ ਕਿਸ ਤਰ੍ਹਾਂ ਆਪਾਂ ਨੇ ਗੋਲ ਸੈੱਟ ਕਰਨੇ ਆ, ਉਹ ਕਿਸ ਤਰ੍ਹਾਂ ਤੁਸੀਂ ਸਾਡੇ ਦਰਸ਼ਕਾਂ ਨਾਲ ਥੋੜ੍ਹੀ ਜਿਹੀ ਸਾਂਝ ਪਾਇਓ ਜੀ। ਹਾਂਜੀ, ਇਸ ਤੋਂ ਅੱਗੇ ਐਕਚੁਅਲੀ ਆਨਸਰ ਕਰਨ ਤੋਂ ਪਹਿਲਾਂ ਮੈਂ ਭਾਜੀ ਇਹ ਕਹਿਣਾ ਚਾਹੁੰਦੀ ਵੀ ਆਪਾਂ ਨੂੰ ਜਿਹੜੀ ਲਾਈਫ ਇੰਸ਼ੋਰੈਂਸ ਆ ਆਪਣੇ ਜੀਵਨ ਦੇ ਵਿੱਚ ਕੀ ਮਹੱਤਵ ਰੱਖਦੀ ਆ, ਆਪਣੇ ਇੰਸ਼ੋਰੈਂਸ ਪਲਾਨ ਜਿਹੜਾ ਆ ਆਪਣੇ ਲਈ ਕਰ ਕੀ ਰਹੀ ਆ, ਰਾਈਟ। ਅਗਰ ਆਪਾਂ ਇਸ ਨੂੰ ਫਾਈਨੈਂਸ਼ੀਅਲ ਪਲਾਨ ਦੇ ਵਿੱਚ ਐਡ, ਇੱਕ ਤਾਂ ਆਪਣੀ ਜਦੋਂ ਅਨਟਾਈਮਲੀ ਡੈਥ ਹੋ ਜਾਂਦੀ ਆ, ਸੋ ਜਿਹੜੀ ਆਪਣੀ ਇਨਕਮ ਆ ਰਹੀ ਸੀ ਉਸ ਪਰਸਨ ਦੀ, ਉਸ ਇਨਕਮ ਨੂੰ ਰਿਪਲੇਸ ਕਰਦੀ ਆ ਫੈਮਿਲੀ ਵਾਸਤੇ ਜੀ। ਦੂਸਰਾ ਆ ਵੀ ਅਗਰ ਡੈਥ ਹੋ ਜਾਂਦੀ ਆ, ਆਪਾਂ ਨੂੰ ਜਦੋਂ ਕਲੇਮ ਮਿਲਦਾ ਆ, ਜਿਹੜਾ ਪੈਸਾ ਮਿਲਿਆ ਆਪਾਂ ਉਸ ਨੂੰ, ਅਗਰ ਆਪਾਂ ਚਾਹੁੰਦੇ ਆ ਵੀ ਜੋ ਆਪਣੇ ਸਿਰ ਤੇ ਕੋਈ ਵੀ ਡੈਟ ਆ ਉਹ ਮੌਰਗੇਜ ਲੈ ਸਕਦੇ ਆ, ਜੋ ਸਭ ਤੋਂ ਵੱਡਾ ਕਹਿ ਲਓ ਵੀ ਲੋਨ ਆ, ਲਾਇਬਿਲਿਟੀ ਆਪਣੇ ਸਿਰ ਤੇ, ਜਾਂ ਆਪਾਂ ਕਹਿ ਸਕਦੇ ਵੀ ਆਪਣੇ ਕੋਲ ਕਾਰ ਲੋਨ ਆ, ਜਾਂ ਬੱਚੇ ਛੋਟੇ ਆ ਉਹਨਾਂ ਦੀ ਐਜੂਕੇਸ਼ਨ ਬਾਰੇ ਆਪਾਂ ਸੋਚ ਰਹੇ ਆ, ਜਾਂ ਬੱਚੇ ਏਜ ਤੇ ਚਲੇ ਗਏ ਜਿੱਥੇ ਆਪਾਂ ਉਹਨਾਂ ਦਾ ਵਿਆਹ ਕਰਨਾ ਚਾਹੁੰਦੇ ਆ। ਸੋ ਕੋਈ ਵੀ ਆਪਣੀ ਨੀਡ ਹੋ ਸਕਦੀ ਹੈ। ਜਿਹੜੀ ਇੰਸ਼ੋਰੈਂਸ ਆ, ਅਗਰ ਆਪਾਂ ਲੈਗਸੀ ਵੀ ਲੀਵ ਕਰਨੀ ਚਾਹੁੰਦੇ ਆ ਐਟ ਦੀ ਐਂਡ, ਇਹ ਇੰਸ਼ੋਰੈਂਸ ਜਿਹੜੀ ਆ ਪਲੇਜ਼ ਅ ਬਿਗ ਰੋਲ ਇਨ ਆਵਰ ਲਾਈਫ। ਸੋ ਜਿੱਦਾਂ ਆਪਾਂ ਥੋੜੀ ਆਪਣੀ ਕਮਿਊਨਿਟੀ ਵਿੱਚ ਥੋੜਾ ਜਿਹਾ ਰੁਝਾਇਆ ਕਿ ਆਪਾਂ ਇਨਵੈਸਟਮੈਂਟ ਜਿਹੜੀ ਆ ਬਹੁਤ ਸਾਰੀ ਰੀਅਲ ਸਟੇਟ ਦੇ ਵਿੱਚ ਕਰ ਰਹੇ ਆ ਜੀ, ਤੇ ਉਹਦੀ ਜੀ ਆਪਾਂ ਮੰਥਲੀ ਕਾਸਟ ਲੈ ਕੇ ਚੱਲਦੇ ਆ, ਤੇ ਆਪਾਂ ਕਹਿੰਦੇ ਆ ਵੀ ਈਜ਼ਲੀ ਅਗਰ ਆਪਣੇ ਕੋ 5 ਲੱਖ ਜਾਂ 6 ਲੱਖ ਦੀ ਆਪਣੀ ਮੌਰਗੇਜ ਆ, ਉਹਦੀ ਜਿਹੜੀ ਪੇਮੈਂਟ ਆਪਾਂ ਦੇ ਰਹੇ ਆ ਮੰਥਲੀ ਪੇਮੈਂਟ ਇਜ਼ ਬਿਟਵੀਨ 2000 to 3000 ਡਿਪੈਂਡਿੰਗ ਔਨ ਤੁਹਾਨੂੰ ਰੇਟ ਕਿੰਨਾ ਮਿਲਿਆ ਹੈ, ਰਾਈਟ ਜੀ। ਸੋ ਹੁਣ ਆਪਾਂ ਜਿਹੜੀ ਸਿਕਿਉਰ ਕਰ ਰਹੇ ਆ ਕਿ ਆਪਣਾ ਗੋਲ ਜਿਹੜਾ ਆ ਆਪਾਂ ਉਸ ਘਰ ਨੂੰ ਪੇਡ ਆਫ ਕਰਨਾ ਚਾਹੁੰਦੇ ਆ। ਸੋ ਈਜ਼ਲੀ ਆਪਣੀ ਐਮਰਟਾਈਜੇਸ਼ਨ ਜਿਹੜੀ 25 ਸਾਲ ਆ, ਅਗਰ ਆਪਾਂ ਇਸੇ ਸਪੀਡ ਨਾਲ ਚੱਲਦੇ ਰਹੇ, ਇੰਨੇ ਪੈਸੇ ਆਪਾਂ ਡਾਊਨ ਪੇਮੈਂਟ ਕਹਿ ਲਓ ਜਾਂ ਮੰਥਲੀ ਪੇਮੈਂਟ ਆਪਾਂ ਪੇ ਕਰ ਰਹੇ ਆ, ਦੈਨ ਐਟ ਦੀ ਐਂਡ ਵੀ ਵਿਲ ਸੀ ਦੈਟ $1 ਮਿਲੀਅਨ ਦੀ ਜਿਹੜੀ ਪ੍ਰਾਪਰਟੀ ਆ ਵੀ ਹਾਂਜੀ ਸਾਡੀ ਪ੍ਰਾਪਰਟੀ ਹੋ ਗਈ ਆ। ਹੁਣ ਜਦੋਂ ਆਪਾਂ ਲਾਈਫ ਇੰਸ਼ੋਰੈਂਸ ਲੈਂਦੇ ਆ ਜੀ, ਜਿਹੜਾ ਆਪਾਂ ਪ੍ਰੀਮੀਅਮ ਦੇਣਾ ਆ, ਐਕਚੁਅਲੀ ਡਿਪੈਂਡਿੰਗ ਔਨ ਯੂਰ ਏਜ, ਡਿਪੈਂਡਿੰਗ ਔਨ ਯੂਰ ਹੈਲਥ, ਇਟ ਕੁਡ ਬੀ ਲੋਟ ਚੀਪਰ, ਰਾਈਟ। ਤੁਸੀਂ 50 ਤੋਂ 60 ਜਾਂ ਇਵਨ $100 ਦੇ ਕੇ ਤੁਸੀਂ ਜਿਹੜੀ ਉਹ $1 ਮਿਲੀਅਨ ਦੀ ਇੰਸ਼ੋਰੈਂਸ ਆ ਕਹਿ ਲਓ ਵੀ ਉਹਨੂੰ ਸਿਕਿਉਰ ਕਰ ਲੈਂਦੇ ਆ, ਵੀ ਅਗਰ ਸਾਨੂੰ ਕੋਈ ਅਨਹੈਪਨ ਹੋ ਜਾਂਦਾ ਆ, ਸਾਡੀ ਡੈਥ ਹੋ ਜਾਂਦੀ ਆ, ਜਾਂ ਮੇਨ ਬ੍ਰੈਡ ਵਿਨਰ ਜਾਂ ਉਹਨਾਂ ਨੂੰ ਕੁਝ ਹੋ ਜਾਂਦਾ ਆ, ਤੇ ਸਾਡੀ ਜਿਹੜੀ ਫੈਮਿਲੀ ਆ ਉਹਨਾਂ ਨੂੰ $1 ਮਿਲੀਅਨ, ਈਵਨ ਦੋ ਪਾਲਿਸੀ ਚੱਲਦੀ ਨੂੰ ਮੇਬੀ 5 ਸਾਲ ਹੋਏ ਆ, ਆਪਾਂ ਥੋੜਾ ਹੀ ਪੈਸਾ ਪੇ ਕੀਤਾ, 10 ਸਾਲ ਹੋਇਆ, ਡਜ਼ਨਟ ਮੈਟਰ। ਤੁਸੀਂ ਇੱਕ ਕਿਸਮ ਦਾ ਆਪਣਾ ਅਕਾਊਂਟ ਬੈਂਕ ਦੇ ਨਾਲ ਖੋਲ ਲਿਆ ਹੈ ਵੀ ਮੇਰਾ $1 ਮਿਲੀਅਨ ਦਾ ਅਕਾਊਂਟ ਆ, ਦਿਸ ਇਜ਼ ਦਾ ਪੇਮੈਂਟ ਆਮ ਮੇਕਿੰਗ। ਸੋ ਇੰਨੀ ਮਹੱਤਤਾ ਇੰਸ਼ੋਰੈਂਸ ਜਿਹੜੀ ਰੱਖਦੀ ਹੈ, ਰਾਈਟ, ਐਂਡ ਇਜ਼ ਅ ਵੈਰੀ ਚੀਪ ਵੇ ਆਫ ਗੈਟਿੰਗ ਦੀ ਇੰਸ਼ੋਰੈਂਸ। ਹੁਣ ਆਪਾਂ ਚਾਹੁੰਦੇ ਆ ਵੀ ਆਪਾਂ ਕਹਿੰਦੇ ਵੀ who needs the life insurance ਚਾਹੀਦੀ ਕਿਹਨਾਂ ਨੂੰ, ਸੋ that depends on ਕਹਿੰਦੇ ਆ ਵੀ ਆਪਾਂ ਜਦੋਂ ਪਰਸਨ ਦੇ ਸਿਰ ਤੇ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਲਾਇਬਿਲਿਟੀ ਹੈ, ਜਿੱਦਾਂ ਆਪਾਂ ਪਰਿਵਾਰ ਦਾ ਮੈਂਸ਼ਨ ਕੀਤਾ ਆ, ਜਾਂ ਤੁਹਾਡੇ ਉਹ ਪੇਰੈਂਟਸ ਹੋ ਸਕਦੇ ਆ, ਅਗਰ ਤੁਸੀਂ ਮੈਰਿਡ ਹੋ, ਤੁਹਾਡੇ ਕਿਡਸ, ਤੁਹਾਡਾ ਸਪਾਊਸ, ਜਾਂ ਤੁਹਾਡੀ ਕਹਿ ਲਓ ਵੀ ਆਪਣੀ ਮੌਰਗੇਜ ਸਿਰ ਤੇ ਆ, ਕਿਸੇ ਤਰ੍ਹਾਂ ਦਾ ਵੀ ਲੋਨ ਆ, ਇਹ ਜਿਹੜੀ ਕੋਈ ਵੀ ਲਾਇਬਿਲਿਟੀ ਆਪਣੇ ਸਿਰ ਤੇ ਆ, ਆਪਾਂ ਲੈਗਸੀ ਛੱਡ ਕੇ ਜਾਣਾ ਚਾਹੁੰਦੇ ਆ, ਜਾਂ ਵੈਸੇ ਹੀ ਆਪਾਂ ਕਹਿ ਲਓ ਵੀ ਟੈਕਸ ਐਡਵਾਂਟੇਜ ਲੈਣਾ ਚਾਹੁੰਦੇ ਆ, ਤੇ ਆਪਾਂ ਪਰਮਾਨੈਂਟ ਪਾਲਿਸੀ ਲੈ ਲੈਂਦੇ ਆ ਜਿਹਦੇ ਵਿੱਚ ਆਪਣੀ ਕੈਸ਼ ਵੈਲਿਊ ਬਣਦੀ ਆ। ਸੋ ਆਪਣੀ ਨੀਡ ਦੇ ਮੁਤਾਬਕ ਜਿਹੜੀ ਕਹਿ ਲਓ ਵੀ ਜਿਨ੍ਹਾਂ ਨੂੰ ਲਾਈਫ ਇੰਸ਼ੋਰੈਂਸ ਚਾਹੀਦੀ ਆ, ਇਸ ਬੇਸਿਕਲੀ ਇਨ ਨਟਸ਼ੈਲ ਜਿਹੜੇ ਪਰਸਨ ਦੇ ਕੋਲ ਰਿਸਪਾਂਸਿਬਿਲਿਟੀ ਆ ਕਿਸੇ ਤਰ੍ਹਾਂ ਦੀ ਵੀ ਲੈ ਲਓ, ਰਾਈਟ। ਉਹ ਤੋਂ ਆਪਾਂ ਤੁਸੀਂ ਯੰਗ ਪੀਪਲ ਵੀ ਲੈ ਸਕਦੇ ਆ, ਜਿਹੜੇ ਹੁਣ ਆਪਾਂ ਸਟੂਡੈਂਟਾਂ ਦੀ ਗੱਲ ਕਰੀਏ ਜੀ, ਜਿਹੜੇ ਯੰਗ ਕਿਡਸ ਇੱਥੇ ਆਏ ਆ, ਸੋ ਉਹਨਾਂ ਦੀ ਰਿਸਪਾਂਸਿਬਿਲਿਟੀ ਬੇਸਿਕਲੀ ਨਾਟ ਓਨਲੀ ਸਟੱਡਿੰਗ ਹੀਅਰ, ਉਹਨਾਂ ਦੀ ਇਹ ਵੀ ਬਣ ਜਾਂਦੀ ਹੈ ਥੋੜਾ ਜਿਹਾ ਉਹਨਾਂ ਨੇ ਫਾਈਨੈਂਸ਼ਲੀ ਤੌਰ ਤੇ ਆਪਣੇ ਪੇਰੈਂਟਸ ਨੂੰ ਪਿੱਛੇ ਸਪੋਰਟ ਵੀ ਕਰਨਾ ਹੈ, ਰਾਈਟ। ਸੋ ਉਹਨਾਂ ਲਈ ਮੈਂ ਜ਼ਰੂਰ ਰეკਮੈਂਡ ਕਰੂੰਗੀ ਵੀ ਇੰਸ਼ੋਰੈਂਸ, ਤੁਸੀਂ ਯੰਗ ਹੋ, ਤੁਸੀਂ ਹੈਲਥੀ ਹੋ, ਤੁਸੀਂ ਇਹ ਇੰਸ਼ੋਰੈਂਸ ਜਿੰਨੀ ਛੇਤੀ ਲੈ ਸਕਦੇ ਆ,
ਥੋੜੀ ਜਿਹੀ ਇੰਸ਼ੋਰੈਂਸ ਲੈ ਕੇ ਭਾਵੇਂ ਟਰਮ ਲੈ ਲਓ, ਲੈ ਕੇ ਜ਼ਰੂਰ ਰੱਖੋ। So those are the people in nutshell that needs the life insurance. So basically everybody in this will need the life insurance. ਜੀ ਸੋ ਜਿਹੜਾ ਅਗਲਾ ਕੁਐਸਚਨ ਸੀਗਾ ਕਿ ਕਦੋਂ ਆਪਾਂ ਨੂੰ ਜਿਹੜੀ ਇੰਸ਼ੋਰੈਂਸ ਹੈਗੀ ਆ ਉਹ ਲੈਣੀ ਚਾਹੀਦੀ ਆ। ਲਾਈਕ ਕਈ ਵਾਰੀ ਤਾਂ ਇਹ ਸੁਣਨ 'ਚ ਆਇਆ ਕਿ ਤੁਸੀਂ ਭਾਵੇਂ ਨਿਊ ਬੋਰਨ ਬੇਬੀ ਦੀ ਇੰਸ਼ੋਰੈਂਸ ਉੱਥੋਂ ਸਟਾਰਟ ਕਰ ਲਓ, ਔਰ ਕੋਈ ਸਰਟਨ ਏਜ ਹੈਗੀ ਹੈ ਜਾਂ ਕਿਸੇ ਏਜ 'ਚ ਵੀ ਆਪਾਂ ਜਾ ਕੇ ਲੈ ਸਕਦੇ ਹੋ, ਜਿਹੜੀ ਗੁੱਡ ਏਜ ਆ ਉਹ ਕਿਹੜੀ ਹੈ? ਹਾਂਜੀ, so the best way to buy insurance is basically when it's reasonable, meaning that ਆਪਣਾ ਜਿਹੜਾ ਪ੍ਰੀਮੀਅਮ ਆ ਉਹ ਆਪਣੇ ਬਜਟ ਦੇ ਮੁਤਾਬਿਕ ਥੋੜ੍ਹੇ ਜਿਹੇ ਪੈਸੇ ਦੇ ਕੇ ਆਪਾਂ ਜਿਹੜੀ ਇੰਸ਼ੋਰੈਂਸ ਖਰੀਦਦੇ ਹਾਂ। ਸੋ ਬੇਸਿਕਲੀ ਐਜ਼ ਏ ਐਡਵਾਈਜ਼ਰ ਆਪਾਂ ਹਮੇਸ਼ਾ ਰੈਕਮੈਂਡ ਕਰਦੇ ਹਾਂ ਇੰਸ਼ੋਰੈਂਸ ਉਦੋਂ ਤੁਸੀਂ ਬਾਈ ਕਰੋ ਜਦੋਂ ਤੁਹਾਨੂੰ ਚਾਹੀਦੀ ਨਹੀਂ ਇੰਸ਼ੋਰੈਂਸ, ਮੀਨਿੰਗ ਦੈਟ ਵੀ ਯੂ ਡੋਂਟ ਨੀਡ ਇਟ, ਉਦੋਂ ਇੰਸ਼ੋਰੈਂਸ ਬਾਈ ਕਰੋ। ਉਹਦੇ ਰੀਜ਼ਨ ਕੀ ਆ? ਇੱਕ ਤਾਂ ਤੁਸੀਂ ਯੰਗ ਹੋ, ਦੂਸਰਾ ਤੁਸੀਂ ਹੈਲਥੀ ਹੋ। ਸੋ ਉਦੋਂ ਤੁਸੀਂ ਇੰਸ਼ੋਰੈਂਸ ਲੈ ਕੇ ਆਪਣਾ ਰੇਟ ਵੀ ਲਾਕ ਇਨ ਕਰ ਦਿੰਦੇ ਆ, ਇੰਸ਼ੋਰੇਬਿਲਟੀ ਵੀ ਲਾਕ ਇਨ ਕਰ ਦਿੰਦੇ ਆ, ਤੇ ਤੁਹਾਡੇ ਕੋਲ ਆਪਸ਼ਨ ਵੀ ਆ ਜਾਂਦਾ ਲੇਟਰ ਔਨ ਇਨ ਲਾਈਫ ਤੁਸੀਂ ਉਸ ਨੂੰ ਪਰਮਾਨੈਂਟ ਕਨਵਰਟ ਵੀ ਕਰ ਸਕਦੇ ਆ ਇੰਸ਼ੋਰੈਂਸ ਨੂੰ। ਹੁਣ ਜਦੋਂ ਆਪਾਂ ਨਿਊ ਬੋਰਨ ਦੀ ਗੱਲ ਕਰਦੇ ਆ ਜੀ, ਜਿੱਦਾਂ ਆਪਾਂ ਮੈਂਸ਼ਨ ਕੀਤਾ ਦੇयर इज ਟੂ ਮੈਨੀ ਪ੍ਰੋਡਕਟਸ। ਸੋ ਹੁਣ ਐਡਵਾਈਜ਼ਰ ਦੇ ਐਕਸਪੀਰੀਅੰਸ 'ਤੇ ਡਿਪੈਂਡ ਕਰਦਾ ਆ, ਉਹਨੇ ਕਿੰਨੀ ਕੁ ਨੌਲੇਜ ਰੱਖਦੇ ਆ, ਕਿੰਨੇ ਕੁ ਪ੍ਰੋਫੈਸ਼ਨਲੀ ਵਰਕ ਕਰਦੇ ਆ। ਸੋ ਨਿਊ ਬੋਰਨ ਬੱਚਿਆਂ ਵਾਸਤੇ ਅਸੀਂ ਥੋੜ੍ਹਾ ਜਿਹਾ ਲਿਮਟਿਡ ਪਲੇ ਵਾਲਾ ਜਿਹੜਾ ਆ ਕੈਫੇ ਵਾਲਾ ਪਲਾਨ ਜਿਹੜਾ ਉਹ ਰੈਕਮੈਂਡ ਕਰਦੇ ਆ, ਮੀਨਿੰਗ ਦੈਟ ਵੀ ਤੁਸੀਂ 10 ਸਾਲ ਪੇ ਕਰਕੇ ਜਾਂ 20 ਸਾਲ 15 ਸਾਲ ਆਪਣੀ ਜਿੱਦਾਂ ਵੀ ਤੁਹਾਡਾ ਬਜਟ ਆ ਜਾਂ ਕੈਸ਼ ਫਲੋ ਆ ਉਹਦੇ ਮੁਤਾਬਕ ਤੁਸੀਂ ਬੱਚਿਆਂ ਦੀ ਇੰਸ਼ੋਰੈਂਸ ਲੈ ਕੇ ਰੱਖ ਦਿੰਦੇ ਆ, ਤੇ ਇੱਕ ਕਿਸਮ ਦੀ ਤੁਸੀਂ ਕਹਿ ਲਓ ਵੀ ਉਹਨਾਂ ਲਈ ਪ੍ਰੋਪਰਟੀ ਬਾਈ ਕਰਕੇ ਤੁਸੀਂ ਰੱਖ ਲਈ ਆ, ਜਿਹਦੇ ਵਿੱਚ every day that amount is growing, not only the death benefit but the cash value in it too, right? So ਉਹ ਵੀ grow ਹੁੰਦੀ ਆ, ਤੇ ਜਿਹਨੂੰ ਤੁਸੀਂ ਆਪਣੀ ਨੀਡ ਮੁਤਾਬਕ ਜਦੋਂ ਵੀ ਚਾਹੋ ਉਹਨੂੰ ਵਿਡਰਾ ਤੁਸੀਂ ਕਰ ਸਕਦੇ ਹੋ। ਸੋ ਜਿਹੜੀ ਦੂਜਾ ਕੁਐਸਚਨ ਹੁੰਦਾ ਕਿ ਹਾਊ ਮੱਚ, ਕਿੰਨੀ ਇੰਸ਼ੋਰੈਂਸ ਲੈਣੀ ਚਾਹੀਦੀ ਹੈ, ਉਹਦੀ ਕੈਲਕੂਲੇਸ਼ਨ ਕਿਸ ਤਰ੍ਹਾਂ ਕੀਤੀ ਜਾਵੇ? ਲਾਇਬਿਲਿਟੀਜ਼ ਵੇਖੀਆਂ ਜਾਣ ਆਪਦੀਆਂ ਜਾਂ ਇਨਕਮ ਦੇਖੀ ਜਾਵੇ, ਕਿਸ ਤਰੀਕੇ ਨਾਲ ਤੁਸੀਂ ਉਹ ਕੈਲਕੂਲੇਟ ਕਰਦੇ ਹੋ? ਹਾਂਜੀ, ਅਗੇਨ ਇਜ਼ ਅ ਵੈਰੀ ਗੁੱਡ ਕੁਐਸਚਨ ਜਿਹੜਾ ਆਪਾਂ ਨੂੰ ਹਮੇਸ਼ਾ ਹੀ ਪੁੱਛਿਆ ਜਾਂਦਾ ਆ ਵੀ ਅਸੀਂ ਜਿਹੜੀ ਇੰਸ਼ੋਰੈਂਸ ਆ ਕਿੰਨੀ ਇੰਸ਼ੋਰੈਂਸ ਲਈਏ। ਇਹਦਾ ਆਨਸਰ ਆਪਾਂ ਇੱਕ ਬੇਸਿਕਲੀ ਪ੍ਰੋਪਰ ਜਦੋਂ ਆਪਾਂ ਕਲਾਇੰਟ ਦੇ ਨਾਲ ਬੈਠਦੇ ਹਾਂ ਜੀ, ਅਸੀਂ ਪ੍ਰੋਪਰ ਜਿਹੜਾ ਨੀਡ ਐਨਾਲਿਸਿਸ ਕਰਦੇ ਹਾਂ ਕਿ ਪਹਿਲਾਂ ਦੇਖਿਆ ਜਾਂਦਾ ਹੈ ਵੀ ਉਹਨਾਂ ਦੀਆਂ ਲਾਇਬਿਲਿਟੀਜ਼ ਜਿਹੜੀਆਂ ਆ ਉਹ ਕਿੰਨੀਆਂ ਆ ਤੇ ਕਿਹੜੀਆਂ ਲਾਇਬਿਲਿਟੀਜ਼ ਆ। ਤੇ ਮੇਨ ਵਨ ਆਪਾਂ ਜਿਹੜਾ ਆ ਮੌਰਗੇਜ ਨੂੰ ਲੈ ਕੇ ਚੱਲਦੇ ਆ, ਜਿਹੜੀ ਮੌਰਗੇਜ ਇੰਸ਼ੋਰੈਂਸ ਹੋ ਜਾਂਦੀ ਆ ਵੀ ਆਪਾਂ ਕਹਿੰਦੇ ਆ ਵੀ ਜਿਹੜਾ ਤੁਹਾਡਾ ਸਾਰਿਆਂ ਤੋਂ ਬਿਗ ਲੋਨ ਆ, ਬਿਗ ਲਾਇਬਿਲਿਟੀ ਆ, ਉਸ ਨੂੰ ਜ਼ਰੂਰ ਕਵਰ ਕਰਕੇ ਰੱਖੋ, ਕਿਉਂਕਿ ਆਪਣੀ ਜਾਣ ਤੋਂ ਬਾਅਦ ਵਿੱਚ ਅਗਰ ਕੋਈ ਅਨਟਾਈਮਲੀ ਡੈਥ ਹੋ ਜਾਂਦੀ ਆ, ਬੱਚੇ ਜਿਹੜੇ ਆ, ਤੁਹਾਡਾ ਪਰਿਵਾਰ ਜਿਹੜਾ ਆ ਉਸ ਘਰ ਵਿੱਚ ਉਸੇ ਤਰ੍ਹਾਂ ਜਿੱਦਾਂ ਤੁਹਾਡਾ ਸਟੈਂਡਰਡ ਆਫ ਲਿਵਿੰਗ ਵਾਈਲ ਯੂ ਵਰ ਅਰਨਿੰਗ ਉਸ ਟਾਈਮ 'ਤੇ ਸੀਗਾ ਉਵੇਂ ਹੀ ਬਰਕਰਾਰ ਰਵੇ, ਉਹਦੇ ਵਿੱਚ ਕੋਈ ਚੇਂਜ ਨਾ ਆਵੇ। ਸੋ ਜਦੋਂ ਆਪਾਂ ਇਹ ਤਿਆਰ ਕਰਦੇ ਹਾਂ, ਪਹਿਲਾਂ ਆਪਾਂ ਲਾਇਬਿਲਿਟੀ ਦੇਖ ਲਈ, ਦੂਸਰੀ ਆਪਾਂ ਕੈਸ਼ ਫਲੋ ਵੀ ਦੇਖਦੇ ਹਾਂ ਕਿ ਉਹਨਾਂ ਦਾ ਕਿੰਨੀ ਇਨਕਮ ਜਿਹੜੀ ਆ ਉਹ ਘਰੇ ਲੈ ਕੇ ਆ ਰਹੇ ਆ, ਕਿੰਨੇ ਉਹਨਾਂ ਦੇ ਮੈਂਬਰ ਆ ਘਰ ਦੇ, ਕਿੰਨੀ ਉਹਨਾਂ ਦੀ ਕਹਿ ਲਓ ਵੀ ਐਕਸਪੈਂਸਿਸ ਆ, ਹਰੇਕ ਜਿਹੜੀ ਐਕਸਪੈਂਸ ਕਹਿ ਲਓ, ਈਵਨ ਫੂਡ ਗਰੋਸਰੀ ਅਸੀਂ ਉਹ ਵੀ ਇੱਕ ਕਿਸਮ ਦਾ ਦੇਖ ਲੈਂਦੇ ਆ ਵੀ ਹਾਂਜੀ ਇਹਨਾਂ ਦੀ ਜਿਹੜੀ ਆ ਅਗਰ ਕਿੰਨੀ ਪਰਸੈਂਟੇਜ ਜਿਹੜਾ ਆ ਉਹ ਇੰਸ਼ੋਰੈਂਸ 'ਤੇ ਸਪੈਂਡ ਕਰ ਸਕਦੇ ਆ। ਸੋ ਇਸ ਚੀਜ਼ ਨੂੰ ਅਸੀਂ ਧਿਆਨ ਰੱਖਦੇ ਹੋਏ ਫਿਰ ਅਸੀਂ ਰੈਕਮੈਂਡ ਕਰਦੇ ਹਾਂ ਵੀ ਹੁਣ ਜਿਹੜੀ ਆ ਆਪਾਂ ਜਿਹੜੀ ਕਵਰੇਜ ਕਿੰਨੀ ਲੈਣੀ ਆ। ਸੋ ਜਿਹੜਾ ਅਮਾਊਂਟ ਆ ਉਹ ਆਪਾਂ 5 ਲੱਖ ਦਾ ਲਈਏ, ਪਰ ਅਗਰ ਉਹਨਾਂ ਕੋਲ 8 ਲੱਖ ਦੀ ਕਹਿ ਲਓ ਮੌਰਗੇਜ ਆ, then we say okay let's recommend, because we are planning the future, so let's recommend $1 million, right? For that case ਫਿਰ ਆਪਾਂ ਬੱਚਿਆਂ ਦੀ ਏਜ ਦੇਖਦੇ ਹਾਂ ਵੀ ਮੇਕ ਸ਼ੋਰ ਇਹਨਾਂ ਬੱਚਿਆਂ ਦੀ ਜੇ ਅੱਜ ਉਹ 5 ਸਾਲ ਦੇ ਆ, ਸੋ ਐਡ another 20 years, so by 25 years age they will done their studies, ਸੋ ਆਪਾਂ ਉਹ ਵੀ ਦੇਖ ਕੇ ਚੱਲਦੇ ਹਾਂ। ਦੂਸਰਾ ਵੀ try to cover their working years, ਸੋ ਜਿਹੜਾ ਵੀ ਪਰਿਵਾਰ ਦਾ ਮੇਨ ਬ੍ਰੈਡ ਵਿਨਰ ਆ ਅਸੀਂ ਕਹਿੰਦੇ ਆ ਵੀ ਉਹਨਾਂ ਦੀ ਜਿਹੜੀ ਆ ਵਰਕਿੰਗ years ਆ ਉਹਨਾਂ ਨੂੰ ਕਵਰ ਕੀਤਾ ਜਾਵੇ। ਸੋ ਉਹਦੇ ਵਿੱਚ ਫਿਰ ਆਪਾਂ ਰੈਕਮੈਂਡ ਕਰਦੇ ਹਾਂ ਵੀ ਹੁਣ ਇਹਨਾਂ ਦਾ ਕੈਸ਼ ਫਲੋ ਵੀ ਦੇਖ ਲਿਆ, ਇਹਨਾਂ ਦੀ ਇਨਕਮ ਵੀ ਦੇਖ ਲਈ, ਫੈਮਿਲੀ ਮੈਂਬਰ ਵੀ ਦੇਖ ਲਿਆ, ਇਹਨਾਂ ਦੀ ਦੇਖ ਲਈ ਵੀ ਐਕਸਪੈਂਸਿਵ ਕਿੰਨੀ ਆ, ਕਿੰਨਾ ਸਪੈਂਡ ਕਰ ਸਕਦੇ ਆ ਇੰਸ਼ੋਰੈਂਸ 'ਤੇ। ਸੋ ਇਨ ਅ ਨਟਸ਼ੈਲ ਆਈ ਵੁੱਡ ਸੇ 10 to 15% of your income
you should spend on the insurance, because ਇੱਕ ਤਰ੍ਹਾਂ ਦਾ ਆਪਾਂ ਪਲਾਨ ਇਦਾਂ ਤਿਆਰ ਕਰ ਦਿੰਦੇ ਆ ਵੀ ਤੁਹਾਡੀ ਜਿਹੜੀ ਆ ਜਾਇਦਾਦ ਤੇ ਇੱਕ ਤਾਂ ਤੁਹਾਡਾ ਘਰ ਹੋ ਗਿਆ, ਦੂਸਰੀ ਤੁਹਾਡੀ ਸੇਵਿੰਗ ਹੋ ਸਕਦੀ ਹੈ ਇਨਵੈਸਟਮੈਂਟ ਜਿਹੜੀ ਕੀਤੀ ਆ, ਤੀਸਰਾ ਆਪਾਂ ਇੰਸ਼ੋਰੈਂਸ ਨੂੰ ਲੈ ਕੇ ਵਿੱਚ ਆਉਂਦੇ ਆ। ਸੋ ਆਲ ਦ ਪੀਸਸ ਜਿਹੜੇ ਆ ਅਸੀਂ ਬੇਸਿਕਲੀ ਐਜ਼ ਅ ਫਾਈਨੈਂਸ਼ੀਅਲ ਐਡਵਾਈਜ਼ਰ ਵੀ ਟਰਾਈ ਟੂ ਪੁੱਟ ਆਲ ਦ ਪੀਸਸ ਟੁਗੇਦਰ। ਸੋ ਨਾਓ ਹੁਣ ਆਪਾਂ ਟਰਮ ਯੂਜ਼ ਕਰਦੇ ਆ ਵੀ ਟਰਮ ਇਸ ਟਾਈਮ ਤੇ ਲੈ ਲਈਏ ਜਿਹੜਾ ਲੇਟਰ ਔਨ ਜਾ ਕੇ ਆਪਣੀ ਲਾਈਫ ਦੇ ਵਿੱਚ ਉਸ ਨੂੰ ਉਹ ਪਰਮਾਨੈਂਟ ਵਿੱਚ ਕਨਵਰਟ ਕਰਨਾ। ਸੋ ਜਿਵੇਂ ਤੁਸੀਂ ਹੁਣ ਇੱਕ ਜ਼ਿਕਰ ਕੀਤਾ ਟਰਮ ਇੰਸ਼ੋਰੈਂਸ, ਪਰਮਾਨੈਂਟ ਲਾਈਫ ਇੰਸ਼ੋਰੈਂਸ, ਕੁਛ ਜਿਹੜੇ ਹੈਗੇ ਆ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਤੁਸੀਂ ਇੰਸ਼ੋਰੈਂਸ ਲੈਂਦੇ ਹੋ ਤੁਹਾਡੀ ਸੇਵਿੰਗ ਹੁੰਦੀ ਆ, ਉਹ ਇਸ ਤਰੀਕੇ ਨਾਲ ਬਹੁਤ ਸਾਰੇ ਜਿਹੜੇ ਆਪਾਂ ਕਹਿ ਸਕਦੇ ਹਾਂ ਕਿ ਪ੍ਰੋਡਕਟ ਹੈਗੇ ਆ, ਬਹੁਤ ਸਾਰੀਆਂ ਇੰਸ਼ੋਰੈਂਸਿਸ ਹੈਗੀਆਂ ਜਿਹੜੀਆਂ ਤੁਸੀਂ ਬਾਏ ਕਰ ਸਕਦੇ ਹੋ। ਕਿਸ ਤਰ੍ਹਾਂ ਚੂਜ਼ ਕੀਤਾ ਜਾਵੇ ਕਿ ਮੈਂ ਟਰਮ ਇੰਸ਼ੋਰੈਂਸ ਲੈਣੀ ਹੈ, ਕਿ ਮੈਂ ਲਾਈਫ ਇੰਸ਼ੋਰੈਂਸ ਲੈਣੀ ਹੈ, ਕਿ ਪਰਮਾਨੈਂਟ ਲੈਣੀ ਹੈ, ਕਿ ਲਾਈਫ ਲੌਂਗ ਲੈਣੀ ਹੈ, ਜਾਂ ਮੈਂ ਕੁਛ ਸਮੇਂ ਤੱਕ ਲੈਣੀ ਹੈ? ਕਿਸ ਤਰ੍ਹਾਂ ਤੈਅ ਕੀਤਾ ਜਾਵੇ? ਕਿਹੜਾ ਕ੍ਰਾਈਟੀਰੀਆ ਜਿਹਦੇ ਨਾਲ ਤੁਸੀਂ ਚੈੱਕ ਕਰਦੇ ਹੋ ਜਾਂ ਐਡਵਾਈਜ਼ ਕਰਦੇ ਹੋ ਕਿ ਤੁਹਾਡੇ ਲਈ ਆਹ ਇੰਸ਼ੋਰੈਂਸ ਲਾਹੇਵੰਦ ਹੋਊਗੀ? ਹਾਂਜੀ, ਸੋ ਦੇयर ਇਜ਼ ਅ ਮੇਨ ਟੂ ਟਾਈਪ ਜਿਹੜੀਆਂ ਵੈਰੀ ਪਪੂਲਰ ਇੰਸ਼ੋਰੈਂਸ ਹੈਗੀ ਆ, ਉਹ ਹੈਗੀ ਭਾਜੀ ਟਰਮ and permanent. So term is basically you using the term is ਅਸੀਂ ਕਹਿ ਸਕਦੇ ਹਾਂ ਵੀ is a number one step। ਜਦੋਂ ਤੁਸੀਂ ਇੰਸ਼ੋਰੈਂਸ ਬਾਈ ਕਰਦੇ ਹੋ, ਯੰਗ ਹੋ, ਹੈਲਥੀ ਹੋ, ਅਸੀਂ ਕਹਿੰਦੇ ਆ ਵੀ ਆਪਾਂ ਜਿਹੜੀ ਆ ਸਾਰਿਆਂ ਤੋਂ ਬਿਗ ਕਵਰੇਜ ਲਈਏ। ਉਹਦਾ ਰੀਜ਼ਨ ਕੀ ਆ ਕਿ ਆਪਾਂ ਕਹਿੰਦੇ ਆ ਵੀ ਇਨ ਟਰਮ ਸਟੈਪ ਤੁਸੀਂ ਲੈ ਲਿਆ ਆ, ਲੀਜ਼ ਤੁਸੀਂ ਪ੍ਰੋਟੈਕਸ਼ਨ ਬਾਈ ਕਰ ਲਈ ਆ, ਜਿਹਦੇ ਜਰੀਏ ਤੁਸੀਂ ਲੇਟਰ ਔਨ ਜਾ ਕੇ ਉਹਨੂੰ ਪਰਮਾਨੈਂਟ ਵਿੱਚ ਕਨਵਰਟ ਕਰ ਸਕਦੇ ਆ। ਅਗਰ ਤੁਹਾਡਾ ਕੈਸ਼ ਫਲੋ ਜਿਹੜਾ ਆ ਉਹ ਅਲਾਉਡ ਕਰਦਾ ਆ, ਦੈਨ ਵਾਟ ਵੀ ਵਿਲ ਡੂ ਇਜ਼ ਲਾਈਕ ਉਹਨੂੰ ਇੱਕ ਕਿਸਮ ਦਾ ਨਜ਼ਰ ਵਿੱਚ ਰੱਖਦੇ ਹੋਏ ਅਸੀਂ ਇੱਕ ਪਲਾਨ ਜਿਹੜਾ ਕੰਬੋ ਪਲਾਨ ਤਿਆਰ ਕਰ ਦਿੰਦੇ ਆ, ਜਿਹਦੇ ਵਿੱਚ ਆਪਾਂ ਜਿਹੜੀ ਆ ਪਰਮਾਨੈਂਟ ਇੰਸ਼ੋਰੈਂਸ ਵੀ ਆਫਰ ਕਰ ਦਿੰਦੇ ਆ ਤੇ ਟਰਮ ਵੀ ਕਰ ਦਿੰਦੇ ਆ। ਟਰਮ ਜਿਹੜੀ ਆ ਆਪਾਂ ਟਰਾਈ ਕਰਦੇ ਆ ਵੀ ਵਰਕਿੰਗ ਈਅਰ ਕਵਰ ਕੀਤੇ ਜਾਣ। ਅਗਰ ਪਰਸਨ 30 ਸਾਲ ਦਾ ਆ ਤੇ ਆਪਾਂ ਕਹਿੰਦੇ ਆ ਵੀ 35 ਸਾਲ ਦੀ ਲੀਸਟ ਟਰਮ ਇਹਨਾਂ ਨੂੰ ਦਿੱਤੀ ਜਾਵੇ। ਸੋ ਲੀਸਟ ਐਟ ਦੀ ਏਜ ਆਫ 65 ਤੱਕ ਇਹਨਾਂ ਕੋ ਜਿਹੜੀ ਆ ਬਿਗ ਕਵਰੇਜ ਹੋਵੇ, ਮੀਨਿੰਗ ਦੈਟ 1 ਮਿਲੀਅਨ ਲੈਟਸ ਸੇ ਫॉर ਐਗਜ਼ਾਮਪਲ। ਉਹਦੇ ਵਿੱਚੋਂ ਆਪਾਂ ਕੀ ਕਰ ਸਕਦੇ ਹਾਂ ਵੀ ਵੀ ਕੈਨ ਡੂ 80-20%। ਸੋ 800,000 ਆਪਾਂ ਟਰਮ ਕਰ ਸਕਦੇ ਹਾਂ, ਦੀ ਅਦਰ 200,000 ਜਿਹੜੀ ਆ ਪਰਮਾਨੈਂਟ ਇੰਸ਼ੋਰੈਂਸ ਕਰ ਸਕਦੇ ਆ। ਕਰਕੇ ਜਿਹੜੀ ਪਰਮਾਨੈਂਟ ਇੰਸ਼ੋਰੈਂਸ ਆ, ਆਈ ਆਲਵੇਜ਼ ਸੇ ਦੈਟਸ ਦ ਸੈਕੰਡ ਸਟੈਪ ਫॉर ਯੂ। ਸੋ ਜਦੋਂ ਤੁਸੀਂ ਪ੍ਰੋਟੈਕਸ਼ਨ ਦੇਖ ਰਹੇ ਆ, trying to get the term first, ਪਰ ਅਗਰ ਤੁਹਾਡਾ ਕੈਸ਼ ਫਲੋ ਹੈਗਾ ਆ, ਤੁਸੀਂ ਪੈਸੇ ਕਾਫੀ ਬਣਾ ਰਹੇ ਹੋ, then I say go for the combo plan, because ਜਦੋਂ ਆਪਾਂ ਪਰਮਾਨੈਂਟ ਇੰਸ਼ੋਰੈਂਸ ਲੈ ਲੈਂਦੇ ਆ, ਥੋੜੀ ਟਰਮ ਨਾਲੋਂ ਮਹਿੰਗੀ ਹੈਗੀ ਆ, ਪਰ ਉਹਦੇ ਵਿੱਚ ਆਪਣੀ ਸੇਵਿੰਗ ਹੋ ਜਾਂਦੀ ਆ, ਆਪਣੇ ਕੋਲ ਆਪਸ਼ਨ ਲੇਟਰ ਔਨ ਬੜੇ ਹੋ ਜਾਂਦੇ ਆ। ਕਰਕੇ ਥੋੜਾ ਪੈਸਾ ਜਿਹੜੀ ਡਿਫਰੈਂਸ ਆ ਇੰਸ਼ੋਰੈਂਸ ਦਾ ਕਾਸਟ ਪੇ ਕਰਕੇ ਕੰਪਨੀਆਂ ਜਿਹੜੀਆਂ ਆ, ਬਾਕੀ ਪੈਸਾ ਜਿਹੜਾ ਆ ਉਹ ਆਪਾਂ ਨੂੰ ਇੱਕ ਕਿਸਮ ਦਾ ਕੈਸ਼ ਵੈਲਿਊ ਦੇ ਰੂਪ ਵਿੱਚ ਜਿਹੜੀ ਆਪਾਂ ਕੋਲ ਐਕਸੈਸ ਆ ਜਾਂਦੀ ਆ। ਜਦੋਂ ਵੀ ਆਪਾਂ ਨੂੰ ਕੋਈ ਲੋੜ ਪਵੇ ਆਪਾਂ ਉਸ ਵਿੱਚੋਂ ਪੈਸਾ ਵਿਦਡਰਾ ਕਰ ਸਕਦੇ ਆ। ਉਹ ਆਪਣੀ ਨੀਡ ਜਿਹੜੀ ਆ ਮੇਬੀ ਹੋ ਸਕਦਾ ਆ ਐਟ ਅ ਰਿਟਾਇਰਮੈਂਟ ਟਾਈਮ, ਔਰ ਵੀ ਆਰ ਬਾਇੰਗ ਦ ਪ੍ਰੋਪਰਟੀ, ਵੀ ਵਾਂਟ ਟੂ ਡੂ ਅ ਡਾਊਨ ਪੇਮੈਂਟ, or we want to use for kids education. So what I mean to say, ਤੁਹਾਡੇ ਕੋਲ ਐਕਸੈਸ ਆ ਗਈ ਆ, ਤੁਸੀਂ ਵਿਦਡਰਾ ਜਦੋਂ ਮਰਜ਼ੀ ਕਰ ਸਕਦੇ ਆ, ਉਹਦੇ ਵਿੱਚ ਆਪਣੀ ਸੇਵਿੰਗ ਹੋ ਰਹੀ ਆ। ਅਗਰ ਤੁਸੀਂ ਪੈਸੇ ਥੋੜੇ ਜ਼ਿਆਦਾ ਦੇ ਰਹੇ ਹੋ, ਉਹਦੇ ਵਿੱਚ ਆਪਾਂ ਨੂੰ 100% ਗਰੰਟੀ ਹੋ ਗਿਆ ਕਿ ਉਹਦੇ ਵਿੱਚ ਆਪਾਂ ਨੂੰ ਕਲੇਮ ਜ਼ਰੂਰ ਮਿਲੇਗਾ, ਰਾਈਟ? ਸੋ I would always recommend going depending on your budget, and ਜਦੋਂ ਅਸੀਂ ਨੀਡ ਐਨਾਲਿਸਿਸ ਕਰਦੇ ਆ, ਆਪਾਂ ਦੇਖਦੇ ਆ ਤੁਹਾਡੀਆਂ ਨੀਡਸ ਕੀ ਆ, ਉਹਦੇ ਮੁਤਾਬਕ ਹੀ ਅਸੀਂ ਪਲਾਨ ਜਿਹੜਾ ਆ ਤਿਆਰ ਕਰਦੇ ਹਾਂ। ਜੀ ਬਿਲਕੁਲ ਜੀ। ਜੇਕਰ ਤੁਸੀਂ ਸਾਡੀ ਗੱਲਬਾਤ ਸੁਣ ਰਹੇ ਹੋ, ਤੁਹਾਨੂੰ ਉਮੀਦ ਆ ਗੱਲਬਾਤ ਪਸੰਦ ਆ ਰਹੀ ਹੋਵੇਗੀ, ਔਰ ਬਲਜੀਤ ਢੀਂਡਸਾ ਜੀ ਬੜੇ ਸੱਚੇ ਢੰਗ ਦੇ ਨਾਲ, ਬੜੇ ਸੋਹਣੇ ਤਰੀਕੇ ਦੇ ਨਾਲ ਤੁਹਾਡੇ ਨਾਲ ਬੈਠ ਕੇ ਤੁਹਾਡੇ ਜਿਹੜੇ ਪਲਾਨ ਹੈਗੇ ਆ ਉਹ ਬਣਾਉਂਦੇ ਨੇ। ਸਾਰਾ ਕੁਛ ਦੇਖ ਕੇ ਤੁਹਾਡੀ ਇਨਕਮ, ਤੁਹਾਡਾ ਕਿੰਨੀ ਕੁ ਤੁਹਾਨੂੰ ਇੰਸ਼ੋਰੈਂਸ ਚਾਹੀਦੀ ਆ, ਤੁਹਾਡੀਆਂ ਨੀਡਸ ਦੇਖ ਕੇ, ਲਾਇਬਿਲਿਟੀਜ਼ ਦੇਖ ਕੇ, ਸਾਰਾ ਜਿਹੜਾ ਹੈਗਾ ਫਿਰ ਇਹ ਤੁਹਾਡੇ ਲਈ ਇੱਕ ਪਲਾਨ, ਇੱਕ ਪੈਕੇਜ ਤਿਆਰ ਕਰਕੇ ਦਿੰਦੇ ਆ। ਔਰ ਇਹਨਾਂ ਨਾਲ ਜੇ ਤੁਸੀਂ ਸੰਪਰਕ ਕਰਨਾ ਤਾਂ ਫੋਨ ਨੰਬਰ ਸਕਰੀਨ 'ਤੇ ਆਲਵੇਜ਼ ਇਹਨਾਂ ਦੇ ਰਹਿੰਦੇ ਆ, 4168714848 'ਤੇ ਤੁਸੀਂ ਇਹਨਾਂ ਨਾਲ ਕਾਲ ਕਰ ਸਕਦੇ ਹੋ। ਔਰ ਜੇਕਰ ਤੁਸੀਂ ਈਮੇਲ ਦੇ ਜ਼ਰੀਏ ਇਹਨਾਂ ਦੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦਾ ਲਾਸਟ ਨੇਮ ਢੀਂਡਸਾ2015 @gmail.com,
densa2015@gmail.com ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। WhatsApp ਕਾਲ ਵੀ ਕਰ ਸਕਦੇ ਹੋ, ਵੌਇਸ ਮੈਸੇਜ ਵੀ ਛੱਡ ਸਕਦੇ ਹੋ। ਕਿਸੇ ਵੀ ਤਰੀਕੇ ਨਾਲ ਤੁਸੀਂ ਇਹਨਾਂ ਦੇ ਨਾਲ ਰਾਬਤਾ ਕਾਇਮ ਕਰੋ ਔਰ ਤੁਹਾਨੂੰ ਇਹਨਾਂ ਦੇ ਨਾਲ ਗੱਲ ਕਰਕੇ ਚੰਗਾ ਲੱਗੂਗਾ। ਔਰ ਜਿਸ ਤਰ੍ਹਾਂ ਬਲਜੀਤ ਜੀ ਮੈਂ ਗੱਲਬਾਤ ਕਰ ਰਿਹਾ ਕਿ ਇੱਕ ਐਡਵਾਈਜ਼ਰ ਦੀ ਬਹੁਤ ਜ਼ਰੂਰਤ ਹੁੰਦੀ ਆ ਜਦੋਂ ਆਪਾਂ ਕੁਛ ਆਪਾਂ ਚੀਜ਼ਾਂ ਆਪ ਕਰ ਸਕਦੇ ਹਾਂ, ਕੁਛ ਤਾਂ ਜਿਵੇਂ ਵੈਬਸਾਈਟਸ ਹੈਗੀਆਂ, ਜਿਵੇਂ ਇਮੀਗ੍ਰੇਸ਼ਨ ਵਾਲਾ ਕੰਮ ਆਪਾਂ ਆਪ ਕਰ ਸਕਦੇ ਹਾਂ ਕਿਉਂਕਿ ਵੈਬਸਾਈਟ 'ਤੇ ਸਾਰਾ ਕੁਛ ਪਿਆ, ਉਹਨਾਂ ਦਾ ਐਕਸਪਲੇਨ ਕੀਤਾ ਪਿਆ। ਪਰ ਫਿਰ ਵੀ ਆਪਾਂ ਨੂੰ ਕਈ ਵਾਰੀ ਉੱਥੇ ਵੀ ਐਡਵਾਈਸ ਦੀ ਲੋੜ ਹੁੰਦੀ ਆ। ਔਰ ਖਾਸ ਕਰਕੇ ਜਦੋਂ ਆਪਾਂ ਫਾਈਨੈਂਸ਼ਲੀ ਆਪਦੇ ਆਪ ਨੂੰ ਸਿਕਿਉਰ ਕਰਨਾ ਚਾਹੁੰਦੇ ਹਾਂ ਕਿਉਂਕਿ ਸਾਡੀ ਕਮਿਊਨਿਟੀ ਦੇ ਵਿੱਚ ਸਾਨੂੰ ਪੈਸੇ ਕਮਾਉਣੇ ਆਉਂਦੇ ਆ ਪਰ ਸਾਂਭਣੇ ਨਹੀਂ ਆਉਂਦੇ ਗੇ। ਅਸੀਂ ਪੈਸੇ ਕਮਾਉਣ ਵਿੱਚ ਸਖਤ ਮਿਹਨਤ ਕਰਨ ਵਿੱਚ ਬਿਲਕੁਲ ਅਸੀਂ ਨੰਬਰ 1 ਆ, ਪਰ ਜੇ ਉਹਨੂੰ ਮੈਨੇਜ ਕਰਨਾ, ਮਨੀ ਨੂੰ ਮੈਨੇਜ ਕਿਵੇਂ ਕਰਨਾ, ਉਹਦੇ 'ਚ ਅਸੀਂ ਮੈਂ ਕਹਿ ਲੂੰ ਜੇ ਇਹ ਕਹਿ ਦੇਵਾਂ ਕਿ ਫਾਡੀਆਂ ਦਾ ਕੋਈ ਅੱਤ ਕਥਨ ਹੀ ਨਹੀਂ ਹੋਊਗੀ। ਸੋ ਉਹਦੇ ਵਿੱਚ ਵੀ ਸਾਨੂੰ ਫਾਈਨੈਂਸ਼ੀਅਲ ਐਡਵਾਈਜ਼ਰ ਵੀ ਚਾਹੀਦੇ ਨੇ। ਔਰ ਖਾਸ ਕਰਕੇ ਜਦੋਂ ਇੰਸ਼ੋਰੈਂਸ ਦੀ ਗੱਲ ਆਉਂਦੀ ਹੈ ਸਾਨੂੰ ਨਹੀਂ ਪਤਾ ਲੱਗਦਾ ਤਾਂ ਇੱਕ ਜਿਹੜਾ ਐਡਵਾਈਜ਼ਰ ਆ ਉਹਦਾ ਕੀ ਰੋਲ ਹੁੰਦਾ ਜਦੋਂ ਉਹ ਸਰਵਿਸਿਜ਼ ਪ੍ਰੋਵਾਈਡ ਕਰਦਾ ਆਪਦੇ ਕਲਾਇੰਟ ਨੂੰ। ਅਤੇ ਜਦੋਂ ਅਸੀਂ ਕਿਸੇ ਨੂੰ ਹਾਇਰ ਕਰਨਾ, ਚਾਹੇ ਉਹ ਰੀਅਲ ਸਟੇਟ ਨਾਲ ਹੋਵੇ, ਚਾਹੇ ਫਾਈਨਾਂਸ ਨਾਲ ਰਿਲੇਟਡ ਹੋਵੇ, ਚਾਹੇ ਹੋਰ ਕਿਸੇ ਕਿਸਮ ਦਾ ਵੀ, ਚਾਹੇ ਇਮੀਗ੍ਰੇਸ਼ਨ ਐਡਵਾਈਜ਼ਰ ਹੋਣ, ਕੰਸਲਟੈਂਟ ਹੋਣ, ਸਾਨੂੰ ਕਿਹੜੀਆਂ ਮੇਨ ਚੀਜ਼ਾਂ ਜਿਹੜੀਆਂ ਦੇਖਣੀਆਂ ਚਾਹੀਦੀਆਂ। ਔਰ ਖਾਸ ਕਰਕੇ ਜਦੋਂ ਅਸੀਂ ਇੰਸ਼ੋਰੈਂਸ ਕਰਾਉਣੀ ਉਦੋਂ ਸਾਨੂੰ ਕਿਹੜੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਐਡਵਾਈਜ਼ਰ ਦੇ ਵਿੱਚੋਂ ਦੇਖਣੀ ਚਾਹੀਦੀ। ਕਿਵੇਂ ਚੂਜ਼ ਕਰੀਏ ਰਾਈਟ ਐਡਵਾਈਜ਼ਰ ਅਸੀਂ? ਹਾਂਜੀ, ਇਟਸ ਅ ਗ੍ਰੇਟ ਕੁਐਸਚਨ ਬਿਕਾਜ਼ ਜਿੱਦਾਂ ਆਪਾਂ ਬਿਗਿਨਿੰਗ ਆਫ ਦ ਪ੍ਰੋਗਰਾਮ ਮੈਂਸ਼ਨ ਕੀਤਾ ਹੈ, ਦੇयर ਇਜ਼ ਅ ਲੋਟ ਆਫ ਐਡਵਾਈਜ਼ਰਸ, ਦੇयर ਇਜ਼ ਅ ਲੋਟ ਆਫ ਕੰਪਨੀਜ਼ ਐਂਡ ਪ੍ਰੋਡਕਟ ਦੀ ਜਦੋਂ ਗੱਲ ਕਰੀਏ ਇਜ਼ ਅਨਲਿਮਿਟਿਡ, ਰਾਈਟ? ਦੇयर ਆਰ ਸੋ ਮੈਨੀ ਪ੍ਰੋਡਕਟਸ, so there's so much confusion out there. So when you're picking your advisors, ਕਈ ਵਾਰੀ ਆਪਾਂ ਜੀ ਜਿੱਦਾਂ ਤੁਸੀਂ ਮੈਂਸ਼ਨ ਕੀਤਾ ਵੀ ਆਪਾਂ ਵਰਕ ਬੜਾ ਹਾਰਡ ਕਰਦੇ ਹਾਂ ਪਰ ਉਸ ਨੂੰ ਮੈਨੇਜ ਜਿਹੜੀ ਪੈਸਾ ਆਪਾਂ ਲਿਆ ਰਹੇ ਹਾਂ ਜਾਂ ਆਪਣੀ ਫਿਊਚਰ ਪਲੈਨਿੰਗ ਕਹਿ ਲਓ, ਫਾਈਨੈਂਸ਼ੀਅਲ ਪਲੈਨਿੰਗ ਕਹਿ ਲਓ, ਇਨਵੈਸਟਮੈਂਟ ਕਹਿ ਲਓ, ਉਹਦੇ ਵੱਲ ਆਪਾਂ ਥੋੜ੍ਹਾ ਧਿਆਨ ਨਹੀਂ ਦਿੰਦੇ। ਆਪਾਂ ਕਈ ਵਾਰੀ ਸੋਚ ਲੈਂਦੇ ਇਜ਼ ਅ ਵੇਸਟ ਆਫ ਟਾਈਮ ਔਰ ਸਾਡੇ ਕੋਲ ਟਾਈਮ ਨਹੀਂ ਹੈਗਾ ਰਾਈਟ ਨਾਓ, ਅਸੀਂ ਲੇਟਰ ਔਨ ਕਰਾਂਗੇ, ਆਪਾਂ ਥੋੜ੍ਹਾ ਜਿਹਾ ਉਹਨੂੰ ਪੋਸਟਪੋਨ ਕਰਦੇ ਰਹਿੰਦੇ ਹਾਂ from time to time. So question ਤੁਹਾਡਾ ਹੈ around the financial advisor. ਜਦੋਂ ਵੀ ਤੁਸੀਂ financial advisor ਦੇ ਨਾਲ ਤੁਸੀਂ ਗੱਲ ਕਰਨੀ ਚਾਹੁੰਦੇ ਆ, ਪਹਿਲਾਂ ਤਾਂ ਉਹਨਾਂ ਦਾ ਜਿਹੜਾ ਕਹਿ ਲਓ ਵੀ ਉਹਨਾਂ ਦੀ ਨੌਲੇਜ ਜਾਂ ਇਨਫੋਰਮੇਸ਼ਨ ਤੁਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਪਹਿਲਾਂ ਉਹ ਇਸ ਫੀਲਡ ਦੇ ਵਿੱਚ ਕਿੰਨੀ ਦੇਰ ਤੋਂ ਕੰਮ ਕਰ ਰਹੇ ਆ, ਕਿੱਦਾਂ ਉਹਨਾਂ ਦਾ ਜਿਹੜਾ ਕਹਿ ਲਓ ਵੀ ਜਿਹੜਾ ਕਲਾਇੰਟ ਦੇ ਨਾਲ ਮਿਲ ਵਰਤਨ ਜਾਂ ਬੋਲ ਚਾਲ ਆ ਜਾਂ ਸਰਵਿਸ ਆ ਜਾਂ ਕਲੇਮ ਟਾਈਮ ਜਿਹੜਾ ਆ ਉਹ ਕਿਵੇਂ ਉਹਨਾਂ ਦੀ ਕਲਾਇੰਟ ਦੀ ਹੈਲਪ ਕਰਦੇ ਆ। ਬਿਕਾਜ਼ ਬਹੁਤ ਸਾਰਾ ਦੇਖਣ ਵਿੱਚ ਆਇਆ ਵਾ ਜਿਵੇਂ ਆਪਾਂ ਜਦੋਂ ਕਈ ਇੱਦਾਂ ਦੇ ਵੀ ਇੰਸਟੀਟਿਊਸ਼ਨ ਜਾਂ ਇੰਸ਼ੋਰੈਂਸ ਕੰਪਨੀਜ਼ ਹੈਗੇ ਆ, ਆਪਾਂ ਨੂੰ ਜਿੱਦਾਂ ਪਿਰਾਮਿਡ ਸਕੀਮ ਕਹਿ ਲਓ ਵੀ ਉਹ ਆਪਾਂ ਨੂੰ ਐਜ਼ ਏ ਏਜੰਟ ਤੌਰ 'ਤੇ ਹਾਇਰ ਕਰ ਲੈਂਦੇ ਆ ਪਰ ਆਪਣੇ ਕੋਲ ਕੋਈ ਕੁਆਲੀਫਿਕੇਸ਼ਨ ਨਹੀਂ ਦੇਖਦੇ ਹੈਗੇ। ਆਪਾਂ ਥੋੜ੍ਹੀ ਰਜਿਸਟ੍ਰੇਸ਼ਨ ਫੀ ਦੇ ਕੇ ਤੇ ਆਪਾਂ ਜਿਹੜੇ ਆ ਐਡਵਾਈਜ਼ਰ ਕਹਿ ਦਿੰਦੇ ਆ ਵੀ ਆਪਾਂ ਆਪਣੇ ਕਾਰਡ ਛਪਾ ਲਏ ਤੇ ਕਹਿੰਦੇ ਆ ਅਸੀਂ ਐਡਵਾਈਜ਼ਰ ਬਣ ਗਏ ਆ, ਪਰ ਆਪਣੇ ਕੋਲ ਨੌਲੇਜ ਜਾਂ ਕਹਿ ਲਓ ਵੀ ਬੈਕਅਪ ਇਨਫੋਰਮੇਸ਼ਨ ਕੋਈ ਨਹੀਂ ਹੁੰਦੀ ਹੈਗੀ। ਤੇ ਉਹ ਐਡਵਾਈਜ਼ਰ ਜਿਹੜੇ ਆ maybe they lost in the industry 1 year, 2 years because they are working part time, right? So they are trying to make some money. But ਮੈਂ ਕਹੂੰਗੀ ਵੀ ਜਦੋਂ ਤੁਸੀਂ ਐਡਵਾਈਜ਼ਰ ਨੂੰ ਦੇਖਣਾ ਚਾਹੁੰਦੇ ਆ, especially try to hire this highly trained and professional ਐਡਵਾਈਜ਼ਰ ਜਿਹੜਾ ਪ੍ਰੋਪਰ ਤੌਰ ਤੇ ਤੁਹਾਡੀ ਜਿਹੜੀ ਪਲੈਨਿੰਗ ਆ ਉਸ ਨੂੰ ਪ੍ਰਪੇਅਰ ਕਰੇ। ਪਰ ਦੂਸਰਾ ਸਭ ਤੋਂ ਵੱਡਾ ਫੈਕਟਰ ਜਿਹੜਾ ਆ ਲਿਸਨ ਟੂ ਯੂ, ਤੁਹਾਨੂੰ ਸੁਣ ਕੇ ਤੁਹਾਡੀਆਂ ਨੀਡਸ ਕੀ ਆ ਉਹਦੇ ਮੁਤਾਬਕ ਜਿਹੜਾ ਪਲਾਨ ਤਿਆਰ ਕੀਤਾ ਜਾਵੇ ਤੇ ਉਹਦੀ ਰੈਪੂਟੇਸ਼ਨ ਦਾ ਮੈਂ ਆਲਰੇਡੀ ਮੈਂਸ਼ਨ ਕੀਤਾ ਆ। ਤੇ ਤੁਸੀਂ ਜਦੋਂ ਫੋਨ ਕਰਦੇ ਆ there is no cost like when you're contacting the advisor, so try to do almost like an interview. How long you've been working in the industry? ਕਿਹੜੇ ਪ੍ਰੋਡਕਟ ਤੁਸੀਂ ਕਿਹੜੀਆਂ ਕੰਪਨੀਆਂ ਦੇ ਨਾਲ ਡੀਲ ਕਰਦੇ ਹੋ? ਬਿਕਾਜ਼ ਬਹੁਤ ਸਾਰੇ ਐਡਵਾਈਜ਼ਰ ਹਨ ਜਿਹੜੇ ਬੇਸਿਕਲੀ ਇੱਕ ਕੰਪਨੀ ਦਾ ਹੀ ਪ੍ਰੋਡਕਟ ਜਿਹੜੇ ਏਜੰਟ ਆ ਵੇਚ ਸਕਦੇ ਆ। ਸੋ ਉਹਦੇ ਨਾਲ ਥੋੜਾ ਜਿਹਾ ਕਲਾਇੰਟ ਦਾ ਜਿਹੜਾ ਆ ਉਹਦਾ ਵੀ ਕਾਸਟ ਜਿਹੜੀ ਆ ਉਹ ਫਿਰ ਦੇਖੀ ਨਹੀਂ ਜਾਂਦੀ ਕਰਕੇ ਨੈਚੁਰਲੀ ਜੇ ਇੱਕ ਕੰਪਨੀ ਨਾਲ ਕੰਮ ਕਰਦੇ ਤਾਂ ਆਪਾਂ ਉਹਨਾਂ ਦਾ ਹੀ ਪ੍ਰੋਡਕਟ ਸੈਲ ਕਰਨਾ। ਸੋ ਯੂ ਆਲਵੇਜ਼ ਵਾਂਟ ਟੂ ਟਰਾਈ ਟੂ ਸੀ ਇਫ ਯੂ ਕੈਨ ਡੀਲ ਵਿਦ ਦ ਬ੍ਰੋਕਰ ਨੂੰ ਫਾਈਂਡ ਕਰੋ, ਦੇਖੋ ਉਹਨਾਂ ਦੀ ਐਕਸਪੀਰੀਅੰਸ ਕਿੰਨਾ, ਨੌਲੇਜ ਕਿੰਨੀ ਆ, then you go pick. And the other thing should be almost like it should be priority number 1 for with him or her ਜੇ ਤੁਸੀਂ ਐਡਵਾਈਜ਼ਰ ਯੂਜ਼ ਕਰਦੇ ਆ that's going to work for you, not for the company but for you, for your need.
ਰਾਈਟ ਸੋ ਆਲਵੇਜ਼ ਕੋਈ ਵੀ ਤੁਹਾਡਾ ਕੁਐਸਚਨ ਹੈ, ਮੈਂ ਕਈ ਵਾਰੀ ਆਪਣੇ ਜਿੱਦਾਂ ਇੰਟਰਨੈਸ਼ਨਲ ਸਟੂਡੈਂਟ ਬੱਚੇ ਆ ਜਾਂ ਕਈ ਵਾਰੀ ਨਿਊ ਇਮੀਗ੍ਰੈਂਟ ਆ, ਉਹ ਸਿਰਫ ਫੋਨ ਹੀ ਕਰਦੇ ਆ ਵੀ ਕਹਿੰਦੇ ਵੀ ਅਸੀਂ ਸੁਣਿਆ ਸੀਗਾ ਤੁਹਾਡਾ ਇਹ ਨਾਮ ਸੁਣਿਆ ਜਾਂ ਮੇਰੇ ਫਰੈਂਡ ਨੇ ਰੈਫਰੈਂਸ ਦਿੱਤਾ ਆ, ਮੈਨੂੰ ਇਸ ਇੰਸ਼ੋਰੈਂਸ ਬਾਰੇ ਦੱਸੋ। ਤੁਸੀਂ ਬਿਲੀਵ ਨਹੀਂ ਕਰੋਗੇ, ਆਈ ਵਿਲ ਸਪੈਂਡ ਹਾਫ ਐਨ ਆਵਰ just explaining the difference between term and permanent and asking them questions ਵੀ ਉਹਨਾਂ ਦੀ ਨੀਡ ਕੀ ਆ, ਉਹਨਾਂ ਦੀ ਏਜ ਕੀ ਆ, ਉਹਨਾਂ ਦੀ ਹੈਲਥ ਹਿਸਟਰੀ ਕੀ ਆ। then I will recommend and I will give them like almost 3 to 5 options saying if we go this way this is the reason, this will be the cost। so ਕੋਈ ਵੀ ਚੀਜ਼ ਜਿਹੜੀ ਆ ਮੈਂ ਟਰਾਈ ਨਹੀਂ ਕਰਦੀ ਵੀ ਹਾਈਡ ਕਰੋ, just make the sale and move on, I don't do that। I basically now with the COVID we are not visiting homes, or we make the appointment saying you come and see me in the office one-to-one, or if we go to the home we are asking them questions, so making sure that we safe ya ਸਾਰਿਆਂ ਵਾਸਤੇ ਜੀ ਬਿਲਕੁਲ ਸਾਡੇ ਵਾਸਤੇ ਵੀ ਤਾਂ ਫੈਮਿਲੀ ਵਾਸਤੇ ਵੀ। believe or not ਭਾਜੀ, I usually do 3 appointments ਜੀ। so my first visit will be just fact finding a little bit more information about the family ਜਿਹੜੇ ਇੰਸ਼ੋਰੈਂਸ ਲੈਣੀ ਚਾਹੁੰਦੇ ਆ। ਦੂਸਰੀ ਆਪਾਂ ਅਪਾਇੰਟਮੈਂਟ ਉਹਨਾਂ ਨੂੰ ਪ੍ਰੋਡਕਟ ਜਿਹੜਾ ਆ ਉਹ ਐਕਸਪਲੇਨ ਕਰਦੇ ਆ, ਇਹ ਪ੍ਰੋਡਕਟ ਜਿਹੜਾ ਆ ਇਹਦੀਆਂ ਸਟਰੈਂਥ ਕੀ ਆ, ਅਗਰ ਆਪਾਂ ਟਰਮ ਦੇ ਰਹੇ ਆ ਇਹ ਟਰਮ ਤੁਹਾਡੇ ਲਈ ਕਿਉਂ ਜ਼ਰੂਰੀ ਆ, ਅਗਰ ਆਪਾਂ ਪਰਮਨੈਂਟ ਪਲਾਨ ਦੇ ਰਹੇ ਆ ਇਹਦੀ ਡਿਫਰੈਂਸ ਕੀ ਆ। ਸੋ ਥਰਡ ਜਿਹੜੀ ਆਪਾਂ ਅਪਾਇੰਟਮੈਂਟ ਆ ਉਸ ਤੇ ਆਪਾਂ ਜਾ ਕੇ ਸੇਲ ਜਿਹੜੀ ਆ ਕਲੋਜ਼ ਕੀਤੀ ਜਾਂਦੀ ਆ। ਉਹਦੇ ਮੈਂ ਕਾਫੀ ਰੀਜ਼ਨ ਦੇ ਸਕਦੀ ਆ ਵੀ ਜਿਹੜਾ ਕਲਾਇੰਟ ਆ ਉਹਨੂੰ fully understand ਹੋ ਜਵੇ। ਅਗਰ somebody else walks in the door, another advisor, ਉਹ can be a product good ਨਹੀਂ ਹੈਗਾ, they have enough knowledge ਜਿਨ੍ਹਾਂ ਦੀ ਆਪਾਂ ਇੰਸ਼ੋਰੈਂਸ ਕਰ ਰਹੇ ਹਾਂ ਕਿ ਉਹ ਉਹਨਾਂ ਨੂੰ ਜਵਾਬ ਦੇ ਸਕਣ ਵੀ ਨਹੀਂ the reason I got this insurance is these reasons, right? So they have a full understanding of the product। so I make sure and ਦੂਸਰਾ ਹੈ ਭਾਜੀ ਮੇਰੀ ਜਿਹੜੀ ਸਭ ਤੋਂ ਵੱਡੀ ਜਿਹੜੀ ਕਹਿ ਲਓ ਵੀ ਸਟਰੈਂਥ ਆ, ਮੈਂ ਕਿਸੇ ਦੀ ਪਾਲਿਸੀ ਕੀਤੀ ਹੋਵੇ ਆਲਰੇਡੀ ਮੈਂ ਰਿਵਿਊ ਜ਼ਰੂਰ ਕਰਦੀ ਹਾਂ, ਵੀ ਰਿਵਿਊ ਕਰਦਾ ਉਹਨਾਂ ਨੂੰ ਸਮਝਾਦਾ ਵੀ ਇਹ ਪਾਲਿਸੀ ਕਿਹੜੀ ਆ, ਕਰਕੇ ਕਈ ਵਾਰੀ ਉਹ ਐਡਵਾਈਜ਼ਰ ਕੰਮ ਛੱਡ ਕੇ ਜਾ ਚੁੱਕੇ ਹੁੰਦੇ ਆ, ਉਹ ਕਹਿੰਦੇ ਵੀ ਪਿਛਲੇ 7 ਸਾਲਾਂ ਤੋਂ we didn't get any phone calls, ਕੁਛ ਨਹੀਂ, ਸਾਨੂੰ ਇਸ ਇੰਸ਼ੋਰੈਂਸ ਬਾਰੇ ਦੱਸੋ ਜਿਹੜੀ ਅਸੀਂ ਇੰਸ਼ੋਰੈਂਸ ਬਾਈ ਕੀਤੀ ਆ। ਤਾਂ ਮੈਂ ਕਦੇ ਵੀ ਇੰਸ਼ੋਰੈਂਸ ਜਦੋਂ ਮੈਂ ਰਿਵਿਊ ਕਰਦੀ ਆ ਪਾਲਿਸੀ, ਮੈਂ ਕਦੇ ਵੀ ਉਸ ਇੰਸ਼ੋਰੈਂਸ ਨੂੰ ਕੱਟ ਨਹੀਂ ਕਰਦੀ। that's my rule because I always say that person is investing in that policy for 7 ਸਾਲ ਤੋਂ ਪੈਸੇ ਦੇ ਰਹੇ ਆ, ਰਾਈਟ। ਹੁਣ ਮੈਂ ਜਦੋਂ ਉਹਨਾਂ ਦੀ ਨਵੇਂ ਸਿਰਿਓਂ ਇੰਸ਼ੋਰੈਂਸ ਕਰੂੰਗੀ ਉਹਨਾਂ ਨੂੰ ਪਹਿਲਾਂ ਤਾਂ ਉਹ ਰੇਟ ਨਹੀਂ ਮਿਲਣਾ ਹੈਗਾ because they were 7 years younger back then, right? And it could be they have, you know what, maybe they have a health issue now. So I always make that rule saying, you know what, whoever did the insurance, I will try to explain the policy but never cut it. So that's a big, you know, then that speaks a lot about myself, is like going, you know what, I just don't want to do the sale, I want to actually work with the people and build a long-term trusting relationship। ਬਿਲਕੁਲ ਜੀ, ਜਿਸ ਤਰ੍ਹਾਂ ਬਲਜੀਤ ਜੀ ਨੇ ਕਿਹਾ, ਮੈਂ ਇਹਨਾਂ ਕੋਲੋਂ ਖੁਦ ਇੰਸ਼ੋਰੈਂਸ ਬਾਏ ਕੀਤੀ ਹੈ, ਮੇਰੇ ਕੋਲ ਪੁਰਾਣੀਆਂ ਪਾਲਿਸੀਜ਼ ਸੀਗੀਆਂ ਉਹ ਵੀ ਮੈਂ ਦਿਖਾਈਆਂ, ਇਹਨਾਂ ਨੇ ਬਿਲਕੁਲ ਮੈਨੂੰ ਕਿਹਾ ਕਿ ਇਹਨੂੰ ਬਿਲਕੁਲ ਟੱਚ ਨਾ ਕਰੋ, ਬਹੁਤ ਵਧੀਆ ਪਾਲਿਸੀ ਹੈ ਔਰ ਇਹ ਚੱਲਦੀ ਰਹਿਣ ਦਿਓ ਉਹਨੂੰ। ਔਰ ਜਿਹੜੀ ਕਿਉਂਕਿ ਮੇਰੇ ਇਹਨਾਂ ਦੇ ਨਾਲ ਆਪਦਾ ਖੁਦ ਦਾ ਐਕਸਪੀਰੀਅੰਸ ਆ, ਜਿਸ ਤਰ੍ਹਾਂ ਨੇ ਬਲਜੀਤ ਜੀ ਨੇ ਕਿਹਾ ਕਿ ਫਸਟ ਵਿਜ਼ਿਟ 'ਤੇ ਮੇਰੇ ਕੋਲੇ ਆਏ, ਹਾਲਾਂਕਿ ਅਸੀਂ ਕਾਫੀ ਦੇਰ ਪਹਿਲਾਂ ਦੇ ਜਾਣਦੇ ਸੀ, ਇਹਨਾਂ ਨੇ ਬਿਲਕੁਲ ਨਹੀਂ ਕਿਹਾ ਕਿ ਤੁਸੀਂ ਪਹਿਲਾਂ ਜਸਟ ਅਸੀਂ ਇੱਕ ਤਰੀਕੇ ਦੇ ਨਾਲ ਫੈਮਿਲੀ ਰਿਲੇਸ਼ਨ ਜਿਵੇਂ ਆਪਾਂ ਕਹਿ ਦਿੰਦੇ ਹਾਂ, ਬੈਠ ਕੇ ਘਰੇ ਚਾਹ ਪਾਣੀ ਪੀਤਾ, ਗੱਲਾਂ ਬਾਤਾਂ ਕੀਤੀਆਂ। ਨੈਕਸਟ ਟਾਈਮ ਆਏ ਐਕਸਪਲੇਨ ਕਰਕੇ ਗਏ ਸਾਰਾ ਕੁਛ, ਐਂਡ ਲਾਈਕ ਥਰਡ ਟਾਈਮ ਫਿਰ ਮੈਂ ਜਿਹੜਾ ਆਪਦਾ ਮਨ ਬਣਾਇਆ ਕਿ ਮੈਂ ਕੀ ਚੂਜ਼ ਕਰਨਾ। ਐਂਡ ਮੇਰਾ ਬੇਟਾ ਉਹ ਸਾਰਾ ਕੁਛ ਵਾਚ ਕਰ ਰਿਹਾ ਸੀਗਾ, ਉਹ ਕਹਿੰਦਾ ਮੈਨੂੰ ਆਹ ਚੀਜ਼ ਚਾਹੀਦੀ ਆ, ਔਰ ਅਸੀਂ ਲਾਈਕ ਮੈਂ ਖੁਦ ਇਹਨਾਂ ਕੋਲੋਂ ਪਾਲਿਸੀ ਜਿਹੜੀਆਂ ਹੈਗੀਆਂ ਬਾਏ ਕੀਤੀਆਂ, ਉਹ ਤੁਹਾਨੂੰ ਵੀ ਬਹੁਤ ਚੰਗਾ ਲੱਗੇਗਾ। ਮੈਂ ਪਰਸਨਲ ਜਿਹੜਾ ਐਕਸਪੀਰੀਅੰਸ ਆਪਦਾ ਤਾਂ ਸ਼ੇਅਰ ਕੀਤਾ ਕਿ ਤੁਸੀਂ ਜੇਕਰ ਤੁਹਾਨੂੰ ਜ਼ਰੂਰਤ ਹੈਗੀ ਆ ਇੰਸ਼ੋਰੈਂਸ ਦੀ ਜਾਂ ਪਾਲਿਸੀ ਰਿਵਿਊ ਕਰਾਉਣੀ ਹੈ ਜਾਂ ਰੀਨਿਊ ਕਰਾਉਣੀ ਹੈ ਜਾਂ ਕੁਛ ਵੀ ਉਹਦੇ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ, ਤਾਂ ਤੁਸੀਂ ਬਲਜੀਤ ਢੀਂਡਸਾ ਜੀ ਨੂੰ ਸਕਰੀਨ 'ਤੇ ਨੰਬਰ ਇਹਨਾਂ ਦੇ ਰਹਿੰਦੇ ਆਲਵੇਜ਼, ਉੱਥੋਂ ਤੁਸੀਂ ਲੈ ਕੇ ਗੱਲਬਾਤ ਕਰ ਸਕਦੇ ਹੋ। ਔਰ ਜੇਕਰ ਈਮੇਲ ਕਰਨੀ ਹੈ dindsa2015@gmail.com 'ਤੇ ਫ਼ੋਨ ਕਰਨਾ 4168714848 416 871 48 'ਤੇ ਤੁਸੀਂ ਕਾਲ ਕਰ ਸਕਦੇ ਹੋ, ਵਟਸਐਪ ਕਾਲ ਕਰ ਸਕਦੇ ਹੋ। ਬਲਜੀਤ ਜੀ ਆਪਣੇ ਕੋਲ ਸਮਾਂ ਸਮਾਪਤੀ ਵੱਲ 1.5 ਮਿੰਟ ਹੈਗਾ, ਤੁਸੀਂ ਮੈਸੇਜ ਦੇਣਾ ਚਾਹੁੰਦੇ ਸਭ ਦਰਸ਼ਕਾਂ ਨੂੰ। ਹੁਣ
ਹੁਣ ਜਿੱਦਾਂ ਆਪਣਾ ਕੋਵਿਡ ਦਾ ਦੌਰ ਚੱਲ ਰਿਹਾ ਹੈ, ਵੈਕਸੀਨ ਆਪਾਂ ਸਾਰੇ ਲਵਾ ਰਹੇ ਹਾਂ, ਫਸਟ ਡੋਜ਼ ਸੈਕੰਡ ਡੋਜ਼। ਸੋ ਹੁਣ ਥੋੜੀ ਜਿਹੀ ਜਿਹੜੀ ਕਹਿ ਲਓ ਵੀ ਟਰੈਵਲਿੰਗ ਵੀ ਖੁੱਲਣੀ ਸ਼ੁਰੂ ਹੋ ਗਈ ਆ। ਸੋ ਮੈਂ ਰეკਮੈਂਡ ਕਰੂੰਗੀ ਵੀ ਆਪਾਂ ਜਿਹੜੀਆਂ ਸਰਵਿਸ ਆ ਪ੍ਰੋਵਾਈਡ ਕਰਦੇ ਆ, ਸੁਪਰ ਵੀਜ਼ਾ ਹੋ ਗਿਆ, ਜਿਹੜੇ ਆਪਣੇ ਟਰੈਵਲਰ ਆ ਰਹੇ ਆ ਇੰਡੀਆ ਤੋਂ ਕਹਿ ਲਓ, ਪਾਕਿਸਤਾਨ ਤੋਂ, ਹੋਰ ਵੀ ਕਿਸੇ ਕੰਟਰੀ ਤੋਂ ਆ ਰਹੇ, ਆਪਾਂ ਟਰੈਵਲ ਇੰਸ਼ੋਰੈਂਸ ਵੀ ਕਰਦੇ ਆ। ਅਗਰ PR ਹੋ ਕੇ ਆ ਰਹੇ ਆ, ਫਸਟ 90 ਡੇਜ਼ ਜਿਹੜੇ ਆ, ਜਿੱਦਾਂ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਆਪਣਾ ਜਿਹੜਾ OHIP ਕਾਰਡ ਆ ਉਹਨਾਂ ਨੂੰ ਕਵਰ ਨਹੀਂ ਕਰਦਾ ਹੈਗਾ। ਅਗਰ ਤੁਸੀਂ ਉਸ ਤਰ੍ਹਾਂ ਦੀ ਇੰਸ਼ੋਰੈਂਸ 90 ਡੇਜ਼ ਵਾਲੀ ਦੇਖ ਰਹੇ ਆ, ਆਪਾਂ ਉਹ ਵੀ ਕਰਦੇ ਆ। ਆਪਣੇ ਕੋਲ ਹੁਣ ਮੰਥਲੀ ਐਂਡ ਈਅਰਲੀ ਪਲਾਨ ਵੀ ਆ ਗਿਆ, ਕਾਫੀ ਸਾਰੀਆਂ ਕੰਪਨੀਆਂ ਆ ਜਿਹੜੀਆਂ ਮੰਥਲੀ ਪਲਾਨ ਵੀ ਆਪਾਂ ਨੂੰ ਆਫਰ ਕਰ ਰਹੇ ਆ। ਸੋ ਐਨੀ ਟਾਈਪ ਕੁਐਸਚਨ ਤੁਸੀਂ ਇਨਵੈਸਟਮੈਂਟ ਕਰਨੀ ਆ, TFS ਦੇ ਵਿੱਚ RRSP ਵਿੱਚ ਕਰਨੀ ਚਾਹੁੰਦੇ ਆ, ਵੈਸੇ ਹੀ ਜਾਣਕਾਰੀ ਲੈਣੀ ਚਾਹੁੰਦੇ ਆ, ਜਾਂ ਬੱਚਿਆਂ ਦੀ ਜਿਹੜੀ ਕਹਿ ਲਓ ਵੀ ਭਵਿੱਖ ਵਾਸਤੇ ਉਹਨਾਂ ਦੀ RESP ਕਰਾਉਣੀ ਚਾਹੁੰਦੇ ਆ, ਕਿਸੇ ਤਰ੍ਹਾਂ ਦੀ ਸਰਵਿਸ ਆ, ਤੁਹਾਡਾ ਕੋਈ ਕੁਐਸਚਨ ਆ, ਕੰਸਰਨ ਆ, ਡੋਂਟ ਹੈਸਿਟੇਟ, ਲਾਈਕ call me, just dial my number, and if I try to answer the phone all the time, but let's say if I'm not there, just leave a message। and मैं अपने बुजुर्गों ਨੂੰ ਕਵਾਂਗੀ ਵੀ ਅਗਰ ਉਹ ਟੈਕਸਟ ਮੈਸੇਜ ਨਹੀਂ ਕਰ ਸਕਦੇ ਹੈਗੇ, they can send me voice message, right? WhatsApp ਤੇ ਜਾ ਕੇ ਇੱਕ ਛੋਟਾ ਜਿਹਾ ਬਟਨ ਸਪੀਕਰ ਵਾਲਾ ਦੱਬੋ ਤੇ ਤੁਸੀਂ ਆਪਣੀ ਰਿਕਾਰਡਿੰਗ ਭਰ ਕੇ ਮੈਨੂੰ ਭੇਜ ਸਕਦੇ ਆ, and I will try to do my best to answer those questions that you have or help you with your financial plannings. So again, any questions, my number is 416-871-4848. koi question, koi concern, and give me a call. ਬਿਲਕੁਲ ਜੀ, ਉਮੀਦ ਹੈ ਤੁਹਾਨੂੰ ਅੱਜ ਦੀ ਜਿਹੜੀ ਸਾਡੀ ਗੱਲਬਾਤ ਆ ਪਸੰਦ ਆਈ ਹੋਵੇਗੀ। ਔਰ ਜੇਕਰ ਤੁਸੀਂ ਸਾਨੂੰ ਫੇਸਬੁੱਕ ਤੇ ਦੇਖ ਰਹੇ ਹੋ ਜਾਂ YouTube ਤੇ ਦੇਖ ਰਹੇ ਹੋ ਤਾਂ ਪਲੀਜ਼ ਸਬਸਕ੍ਰਾਈਬ ਦ ਚੈਨਲ, ਐਂਡ ਤੁਸੀਂ ਇਹ ਜਿਹੜੀ ਇਨਫੋਰਮੇਸ਼ਨ ਹੈਗੀ ਆ ਅੱਗੇ ਵੀ ਜ਼ਰੂਰ ਸੈਂਡ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ। ਸੋ ਇਸੇ ਆਸ ਦੇ ਨਾਲ ਕਿ ਅਗਲੇ ਹਫਤੇ ਫਿਰ ਤੁਹਾਨੂੰ ਮਿਲਾਂਗੇ, ਇੱਕ ਨਵਾਂ ਸੈਗਮੈਂਟ ਲੈ ਕੇ ਆਵਾਂਗੇ, ਨਵੀਂ ਜਾਣਕਾਰੀ ਲੈ ਕੇ ਆਵਾਂਗੇ। ਸਾਨੂੰ ਦਿਓ ਇਜਾਜ਼ਤ, ਤਦ ਤੱਕ ਲਈ ਸਤਿ ਸ੍ਰੀ ਅਕਾਲ। ਪੰਜਾਬ ਇੰਸ਼ੋਰੈਂਸ ਦੇ ਬਲਜੀਤ ਕੌਰ ਢੀਂਡਸਾ ਤੁਹਾਡੀਆਂ ਜ਼ਰੂਰਤਾਂ ਮੁਤਾਬਕ ਪਾਲਿਸੀ ਵਧੀਆ ਰੇਟ ਉੱਪਰ ਲੈ ਕੇ ਦਿੰਦੇ ਨੇ। ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਲਈ ਭਰੋਸੇ ਅਤੇ ਇਮਾਨਦਾਰੀ ਵਾਲਾ ਨਾਮ ਬਲਜੀਤ ਕੌਰ ਢੀਂਡਸਾ। ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ ਤੇ ਬੱਚਿਆਂ ਲਈ RESP, ਸੈਗਰੀਗੇਟ ਫੰਡਸ ਤੇ TFSA ਲਈ ਲੌਂਗ ਟਰਮ ਬੈਨੀਫਿਟ ਤੇ ਵਧੀਆ ਪ੍ਰਾਈਸ ਜੇ ਚਾਹੋ ਤਾਂ ਅੱਜ ਹੀ ਇੰਸ਼ੋਰੈਂਸ ਸਪੈਸ਼ਲਿਸਟ ਬਲਜੀਤ ਕੌਰ ਢੀਂਡਸਾ ਨੂੰ ਕਾਲ ਘੁਮਾਓ 416 871 48 48 416 871 4848।